ਗਵਾ ਕੇ ਅਤੇ ਨੱਕ ਕੰਨ ਕੱਟੇ ਜਾਣ ਦੀ ਸਜ਼ਾ ਭੁਗਤ ਕੇ ਲੋਕ ਸਮੂਹ ਵਿੱਚ ਕਲੰਕੀ ਹੋ ਕੇ ਵਿਚਰਦਿਆਂ ਵੀ ਸ਼ਰਮ ਨਹੀਂ ਕਰਦਾ, ਸਗੋਂ ਨਿਰਲੱਜ ਹੋ ਕੇ ਕੁਕਰਮ ਕਰੀ ਜਾਂਦਾ। ਪਿੱਛੇ ਇਹ ਸਜ਼ਾ ਹੁੰਦੀ ਸੀ, ਨੱਕ ਕੰਨ ਕੱਟ ਦਿੰਦੇ ਸਨ। ਅੱਜ ਕੱਲ੍ਹ ਤਾਂ ਇਹ ਸਜ਼ਾ ਨਹੀਂ ਰਹੀ, ਇਹ ਪਿਛਲੀ ਸਜ਼ਾ ਦਾ ਫਿਰ ਵੀ ਕਹਿੰਦੇ ਬੇਸ਼ਰਮ ਹੋ ਕੇ ਵਰਤਦਾ ਰਹਿੰਦਾ ਦੁਨੀਆ ਵਿੱਚ। ਤੂੰ ਸਰਬ ਨਿਧਾਨ ਦਾਨ ਦਾਇਕ ਸੰਗਤ ਸਾਧ, ਗੁਰ ਸਿੱਖ ਸਾਧੂ ਜਨ ਕਿਉਂ ਨਾ ਚੱਲੇ ਆਵੀ। ਤੂੰ ਜਦੋਂ ਅਜਿਹੇ ਕੁਕਰਮੀ ਬੰਦੇ ਮਨੁੱਖ ਮੰਦੇ ਕਰਮ ਕਰਨੋਂ ਨਹੀਂ ਟਲਦੇ, ਨਹੀਂ ਰੁਕਦੇ, ਤੂੰ ਗੁਰੂ ਦਾ ਸਿੱਖ ਸਤਪੁਰਸ਼ ਹੈ ਤਾਂ ਸਾਧੂ ਪੁਰਸ਼ਾਂ ਦੀ ਅਜਿਹੀ ਸੰਗਤ ਵਿੱਚ ਕਿਉਂ ਨਾ ਚੱਲ ਕੇ ਆਵੇ, ਜਿਹੜੀ ਸੰਗਤ ਕੇ ਸਾਰੇ ਖਜ਼ਾਨਿਆਂ ਦੀ ਬਖਸ਼ਿਸ਼ ਕਰਨ ਹਾਰੀ ਹੈ। ਭਾਵ ਜੇ ਬੁਰਾਈ ਕਰਨ ਤੋਂ ਸ਼ਰਮ ਨਹੀਂ ਕਰਦੇ ਤਾਂ ਭਲੇ ਪੁਰਸ਼ ਨੇਕ ਪੁਰਸ਼ ਸੰਗਤ ਵਿੱਚ ਆਉਣੋਂ ਕਿਉਂ ਸ਼ਰਮ ਕਰਨ। ਤਾਂ ਸੰਗਤ ਵਿੱਚ ਹਮੇਸ਼ਾ 2 ਟਾਈਮ ਆਉਣਾ ਭਾਈ, ਔਰ ਆਉਂਦੇ ਰਹਿਣਾ। ਇੱਕ ਪੱਖ ਹੋਰ ਹੈ, ਬੜਾ ਵਧੀਆ ਗੱਲ ਕਹੀ ਆ, ਆਦਤ ਹੁੰਦੀ ਆ। ਖੇਡ ਸਾਰੀ ਵਾਹਿਗੁਰੂ ਦੀ, ਗੁਰਪ੍ਰਸਾਦ ਆ ਭਾਈ, ਸਾਰੀ ਖੇਡ ਗੁਰਪ੍ਰਸਾਦ ਆ, ਸਾਰੀ ਖੇਡ ਗੁਰਪ੍ਰਸਾਦ ਆ। ਹੌਲੀ ਹੌਲੀ ਇਹ ਤਾਂ ਪ੍ਰਮਾਣ ਦਿੱਤੇ ਆ। ਸੱਪ ਡੰਗ ਮਾਰਦਾ, ਡਾਕਟਰ ਉਹਦਾ ਦਵਾਈ ਕਰ ਦਿੰਦਾ, ਸੱਪ ਫਿਰ ਡੰਗ ਮਾਰਦਾ, ਡਾਕਟਰ ਫਿਰ ਦਵਾਈ ਕਰ ਦਿੰਦਾ, ਸੱਪ ਫਿਰ ਡੰਗ ਮਾਰਦਾ। ਸੱਪ ਦਾ ਤਾਂ ਕੰਮ ਹੈ ਡੰਗ ਮਾਰਨਾ। ਡਾਕਟਰ ਸਾਹਿਬ ਜੀ ਕਿੰਨੀ ਵਾਰੀ ਇਹਦਾ ਡੰਗ, ਕਹਿੰਦਾ ਜਿੰਨੀ ਵਾਰੀ ਉਹਦੀ ਆਦਤ ਹੈ ਡੰਗ ਮਾਰਨ ਦੀ। ਮੇਰਾ ਸੁਭਾਅ ਹੈ ਕਿ ਮੈਂ ਉਹਦਾ ਜ਼ਹਿਰ ਕੱਢਣਾ, ਸੱਪ ਦਾ ਸੁਭਾਅ ਹੈ ਡੰਗਣਾ। ਤੂੰ ਇੱਕ ਸੁਭਾਅ ਹੈ, ਇੱਕ ਸੁਭਾਅ ਹੈ। ਜੇ ਵਾਹਿਗੁਰੂ ਨੇ ਤੁਹਾਨੂੰ ਆਪਣੇ ਨਾਲ ਲਾ ਲਿਆ, ਇੱਕ ਬੜੀ ਇੱਕ ਗੱਲ, ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ, ਇੱਕ ਗੱਲ ਕਹਿ ਦੇਣੀ ਬਹੁਤ ਔਖੀ ਗੱਲ ਹੈ। ਕਿਉਂ? ਮੈਂ ਹੁਣ ਪੁੱਟ ਦੇਣਾ ਇੱਧਰੋਂ, ਲਾਊ ਕੌਣ? ਪੁੱਟਣਾ ਵੀ ਬਹੁਤ ਔਖਾ ਹੈ ਤੇ ਲਾਉਣਾ ਵੀ। ਬੰਦਾ ਆਪਣੇ ਆਪ ਨਹੀਂ ਲੱਗ ਸਕਦਾ, ਨਹੀਂ ਬੋਲਿਆ ਰੱਬ ਦਾ ਕੀ ਪਾਉਣਾ। ਇੱਧਰੋਂ ਪੁੱਟਣਾ, ਇੱਧਰ ਲਾਉਣਾ। ਇੱਧਰੋਂ ਪੁੱਟਣਾ ਬਹੁਤ ਔਖਾ, ਇੱਧਰ ਲਾਉਣਾ ਬਹੁਤ ਔਖਾ। ਲਾਊ ਕਿਵੇਂ? ਕੌਣ ਲਾਊ? ਆਪਾਂ ਤਾਂ ਸਰੀਰ ਤੱਕ ਸੀਮਤ ਆ, ਤੇ ਅੰਦਰਲੀ ਆਤਮਾ ਦੀ ਖੇਡ ਤਾਂ ਵਾਹਿਗੁਰੂ ਕੋਲ ਆ, ਗੁਰੂ ਨਾਨਕ ਕੋਲ ਆ। ਫਿਰ ਉਹਨੂੰ ਕਹੀਏ ਵਾਹਿਗੁਰੂ ਮੈਨੂੰ ਆਪਣੇ ਚਰਨਾਂ ਵਿੱਚ ਜੋੜ, ਆਪਣੇ ਆਪ ਪੁੱਟਿਆ ਜਾਏਗਾ। ਮੈਨੂੰ ਆਪਣੇ ਚਰਨਾਂ ਵਿੱਚ ਜੋੜ। ਮੇਰੇ ਕੋਲ ਸਮਰੱਥਾ ਨਹੀਂ ਕਿ ਮੈਂ ਕਾਮ ਕ੍ਰੋਧ ਨੂੰ ਕੱਢ ਦਿਆਂ ਜਾਂ ਕੰਨੋਂ ਫੜ ਕੇ ਬਾਹਰ ਕੱਢ ਦਿਆਂ। ਕੋਈ ਉਹ ਦਿਸਦੀ ਚੀਜ਼ ਨਹੀਂ ਹੈਗੀ ਕਿ ਮੈਂ ਇਹਨਾਂ ਨੂੰ ਬਾਹਰ ਖਤਮ ਕਰ ਦਿਆਂ। ਖਤਮ ਤਾਂ ਕਰ ਵੀ ਨਹੀਂ ਸਕਦੇ। ਓਨਲੀ ਯੂ ਕੈਨ ਕੰਟਰੋਲ ਇਟ, ਇਟ ਕੈਨ ਬੀ ਕੰਟਰੋਲ। ਤੇ ਉਹ ਗੁਰੂ ਦੀ ਮਿਹਰ ਨਾਲ ਹੁਣ ਗੁਰਪ੍ਰਸਾਦ, ਗੁਰਪ੍ਰਸਾਦ, ਗੁਰਪ੍ਰਸਾਦ। ਬਸ ਥੋੜਾ ਜਿਹਾ ਪੱਖ ਹੈਗਾ। ਜੇ ਆਪਾਂ ਨੂੰ ਗੱਲ ਸਮਝ ਆ ਜਾਏ ਤਾਂ ਸਾਡੇ ਹੱਥ ਵਾਸਤੇ ਗੱਲ ਹੈ ਨਹੀਂ ਭਾਈ, ਨਾ ਇਹ ਤਾਂ ਸਾਨੂੰ ਸ਼ੁਰੂ ਤੋਂ ਹੀ ਸਨਮਾਨ ਹੈ ਸਮਝਾ ਲੈਣਾ ਚਾਹੀਦਾ ਸੀ ਕਿ ਰੱਬ ਦੇ ਅੱਗੇ ਅਰਦਾਸ ਮਾਂ ਕਰੇ, ਮਾਂ ਵਾਹਿਗੁਰੂ ਚੰਗੀ ਰੂਹ ਬਖਸ਼ੀ। ਜਿਹੜਾ ਮੇਰੇ ਘਰ ਜੰਮਣ ਤੋਂ ਪਹਿਲਾਂ, ਵਿਆਹ ਤੋਂ ਪਹਿਲਾਂ ਬੋਲੇ। ਵਿਆਹ ਹੋ ਗਿਆ ਤੇ ਜਿੱਦਣ ਸੈਕਸ ਵਿੱਚ ਉਸੇ ਦਿਨ 1 ਸਕਿੰਟ 'ਚ ਪਤਾ ਲੱਗ ਜਾਂਦਾ ਮੁੰਡਾ ਕਿ ਕੁੜੀ। ਤਾਂ ਇਸ ਲਈ ਉਸ ਤੋਂ ਪਹਿਲਾਂ ਵਿਆਹ ਹੋ ਗਿਆ, ਹਾਂ ਅੱਜ ਹਨੀਮੂਨ, ਹਾਂ ਉੱਥੇ ਅਰਦਾਸ ਕਰ ਵਾਹਿਗੁਰੂ ਮੈਨੂੰ ਰੂਹ ਚੰਗੀ ਬਖਸ਼ੀ, ਸੱਚਖੰਡ ਤੋਂ ਰੂਹ ਆਵੇ, ਗੁਰਸਿੱਖ ਰੂਹ ਆਵੇ। ਵਾਹਿਗੁਰੂ ਉਹ ਜਾਣੇ ਸੁਪਨੇ ਵਿੱਚ ਵੀ ਕਰੈਤ ਨਾ ਕਰੇ। ਸੱਚੇ ਪਾਤਸ਼ਾਹ ਮੈਨੂੰ ਚੰਗੀ ਰੂਹ ਬਖਸ਼ੀ। ਬਸ ਅਰਦਾਸ ਕਰ ਦਿਓ, ਗਲ 'ਚ ਪੱਲਾ ਪਾ ਕੇ ਗੁਰੂ ਸਾਹਿਬ ਕੋਲ ਆ ਜਾਓ। ਮੇਰਾ ਵਾਹਿਗੁਰੂ ਸੱਚਖੰਡ ਦਾ ਮਾਲਕ ਵਾਹਿਗੁਰੂ ਬਾਬਾ ਨਾਨਕ ਦਸੇ ਪਾਤਸ਼ਾਹ ਵਾਹਿਗੁਰੂ ਮੱਥਾ ਟੇਕਦਾ ਤਾਂ ਵਾਹਿਗੁਰੂ ਆਉਂਦਾ, ਵਾਹਿਗੁਰੂ ਇੱਕ ਵਾਰੀ ਗੁਰੂ ਸਾਹਿਬ ਅੱਗੇ ਦੇਗ ਬਣਾ ਕੇ ਲੈ ਤੇ ਆਓ। ਵਾਹਿਗੁਰੂ ਰੂਹ ਚੰਗੀ ਬਖਸ਼ੀ, ਉਹ ਸ਼ਰਾਬੀ ਕਬਾਬੀ ਨਾ ਬਖਸ਼ੀ, ਉਹ ਕੋਨਾ ਮੋਨਾ ਨਾ ਬਖਸ਼ੀ ਕਿ ਮੇਰਾ ਮੁੰਡਾ ਪਤਤ ਹੋ ਜਾਏ। ਸੱਚੇ ਪਾਤਸ਼ਾਹ ਚੰਗੀ ਆਤਮਾ ਬਖਸ਼ੀ। ਕੰਮ ਹੋ ਗਿਆ, ਕੰਮ ਹੋ ਗਿਆ। ਫਿਰ ਮਾਂ ਪ੍ਰੈਗਨੈਂਟ ਹੋ ਗਈ, ਹਾਂ ਹੋ ਗਈ, ਅੰਮ੍ਰਿਤ ਛਕ ਲੈ। ਵਾਹਿਗੁਰੂ ਜੀ ਬੱਚੇ ਲਈ ਅੰਮ੍ਰਿਤ ਛਕਣਾ ਹੈ, ਬੱਚੇ ਲਈ ਅੰਦਰ ਅੰਮ੍ਰਿਤ ਛਕਣਾ ਹੈ। ਜਿਹੜੀ ਤੁਸੀਂ ਰੂਹ ਭੇਜੀ ਉਹਨੂੰ ਅੰਮ੍ਰਿਤ ਦੀ ਦਾਤ ਦੇਣੀ ਤਾਂ ਕਿ ਬਾਹਰ ਨਿਕਲਦਾ ਹੀ ਧਰਮਰਾਜ ਨਾਲ ਵਾਹ ਹੀ ਨਾ ਪਵੇ, ਵਿਕਾਰਾਂ ਨਾਲ ਵਾਹ ਹੀ ਨਾ ਪਵੇ, ਮਾਇਆ ਨਾਲ ਵਾਹ ਹੀ ਨਾ ਪਵੇ, ਸਰੀਰ ਨਾਲ ਵਾਹ ਹੀ ਨਾ ਪਵੇ। ਮੇਰੀ 65 ਸਾਲ ਉਮਰ ਹੋ ਗਈ। ਵਨ ਥਿੰਗ ਆਈ ਵਾਂਟ ਟੂ ਟੈਲ ਯੂ, ਰਿਮੈਂਬਰ, ਜੇ ਤੁਸੀਂ ਰੱਬ ਨੂੰ ਪਾਉਣਾ ਹੈ ਜਾਂ ਚੰਗੀ ਰੂਹ ਹੈ ਜਾਂ ਮਾਂ ਚਾਹੁੰਦੀ ਹੈ
कि मेरा बच्चा रब नूं मिले, परमात्मा नूं मिले, दसम दुआरी होवे ते सेवा करे गुरु नानक की तरह। ते मेरी एक गल सुन लो जिहड़ी कि मैनू हुण समझ आउंदी है। एक तो मां वो बच्चा ना पढ़ाई नहीं, वो संस्कार बन जाते। पढ़ाई वाले बच्चे गंदे, महा गंदे। वो जिवें गल्लां सुनेगा, आदतां सुनेगा, ਉਹਦੇ संस्कार बन जाएंगे। और जदों सुरती लाएगा वो गल्लां सामने आउणगीਆਂ। नाले जिन्ना बंदा चलाक उन्हें सियाणा बना देना पढ़ाई ने, ते सियाणप कम नहीं आउणी। जे रब नूं मिलना है, आई मीन टू से, जे तुसीं रब नूं मिलना चाहुंदे हो, बिल्कुल गुरु नानक वर्गे बनना चाहुंदे हो, तो बच्चे नूं पढ़ाओ ना। नहीं, घर ही है गुरबाणी दे लड़ ला दिओ। नंबर 1, जिवें वड्डा हुंदा बहुत सोहनी, बहुत नेक, बहुत दैवी गुणा वाली, अति गुरमुख कुड़ी, विचारवान, सिमरन वाली, सुरती वाली, सिमरन करदी होवे, सुरती लगदी होवे, उस कुड़ी नाल ओहदा विआह कर देना। हर गुरसिख नूं गुरु नानक समझे, हर गुरसिख नूं गुरु नानक, संगत नूं वाहिगुरू, सिख नूं आए गुरसिख नूं मेरे घर गुरु नानक आया। सिख तो कहना ही नहीं, मेरे घर गुरु नानक आया, उस कुड़ी नाल विआह कर देना। नंबर 3, कोई उस मुंडे कोलों नौकरी ना करवानी। नहीं, नौकरी भी गंदी है। आपां समझांगे फिर आपां परिवार किवें पालांगे, साडा भुलेखा आ, ये साडा भुलेखा आ। गुरु नानक ने अपना परिवार किहड़ा पालिया सी, किवें पालिया सी? गुरु अंगद देव जी जो गुरु बन गए तो किवें अपना परिवार पालिया सी? रोटी तो मेरे वाहिगुरू कहंदा मैं पहला लिखी। देखो ना, मौत ते रोटी वाहिगुरू ने पहला लिख के भेजी। एक गल मेरी याद, 2 गल्लां मेरियां याद रख लो। जम्मण तो पहला, रूह नूं भेजण तो पहला, जन्म लैण तो पहला, बिफोर बर्थ, वाहिगुरू ने ਉਹਦੀ रोजी रोटी ते मौत पहला लिखी। इन्नी तरीक ਨੂੰ ਇਹ मर जाएगा ਤੇ रोटी ਉਹਦੀ पहला लिखी। पहला तो रोटी का फिक्र करोगे तो फिर तो गल ही होर हो जानी। ਤੁਹਾਨੂੰ ਗੁਰੂ ਨਾਨਕ ਦੀ ਤਰ੍ਹਾਂ ਦੁਨੀਆ ਨਾਲ ਮੱਥਾ ਟੇਕੇ ਤੇ ਮੇਰਾ ਨਾਮ ਉਟਾ ਦੇਣਾ। 2 ਸਾਲਾਂ ਹੀ ਤੁਹਾਡੇ ਬੱਚੇ ਦਾ ਦਸਮਦਾਰ ਖੁੱਲ ਜਾਣਾ ਤੇ ਨਾ ਭਾਵਨਾ ਦੀ ਉਹਨੇ ਗੱਲ ਕਰਨੀ ਆ। पर मां इस गल नूं समझे। असीं तो पहला कहने मैं तो मुंडा वकील बनाउणा, मैं डॉक्टर बनाउणा, मैं तो अमेरिका भेजूंगी उन्होंने पढ़ाउण लई। असीं तो पहला ही थिंकिंग करी बैठे। मेरियां 3 गल्लां याद रखना जे रब नूं मिलना है। बच्चे ये पढ़ाई किते काम नहीं आउणी पाई, ये तो निकलदी 20 साल लै जाएगी। बच्चा भोला चाहिए, बाहर जाएगा शरारती हो जाएगा, मां शरारती, वो गंदियां आदतां सीखेगा। बाहर जगत संसार बिख भरिया, जहर भरिया संसार। बाबा बिख देखिया संसार, ये तो जहर आ। जे रब नूं मिलना, जे सचखंड जाना, जे कोई सेवा करनी गुरु दी, ते 3 काम नहीं करने। पढ़ाई नहीं कराउणी, नौकरी नहीं कराउणी, बहुता बाहर नहीं भेजना, सोहनी जी वोटी चंगी गुणा वाली, मेरे कहण तो भाव गुणा वाली, दैवी गुणा वाली, गुरु नानक वर्गी, बस ਉਹਦੇ ਨਾਲ ਵਿਆਹ ਕਰ ਦਿਓ। ਤੁਹਾਨੂੰ 2 ਸਾਲਾਂ 'ਚ ਰੱਬ ਮਿਲ ਜਾਣਾ। 2 ਸਾਲ ਦੀ ਉਮਰ ਵਿੱਚ ਹੀ ਬੱਚਾ ਕਹੇਗਾ ਮੰਮੀ ਉਹ ਬਾਬਾ ਜੀ ਆਏ। ਜੇ ਤੁਹਾਡੇ ਮਨ ਦੀ ਇਹ ਭਾਵਨਾ ਹੈ, ਮੈਂ ਅੱਜ ਵੀ ਤੁਹਾਨੂੰ ਵੀ ਦੱਸ ਰਿਹਾ। ਮੈਂ ਦੇਖੋ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ, ਹੱਥ ਜੋੜ ਕੇ ਕਹਿ ਰਿਹਾ, ਪਹਿਲੀ ਗੱਲ ਤਾਂ ਵਾਹਿਗੁਰੂ ਜੀ ਮੈਂ ਦੁਬਾਰਾ ਆਉਣਾ ਨਹੀਂ, ਜੇ ਮੈਂ ਆਉਣਾ ਨਹੀਂ ਚਾਹੁੰਦਾ। ਕੁਛ ਨਹੀਂ, ਗੰਦਾ ਜਨਮ ਆ। ਕਿਤੇ ਨਾ ਕਿਤੇ ਸਰੀਰ ਨੇ ਤਾਂ ਪੰਗਾ ਪਾਉਣਾ ਹੀ ਪਾਉਣਾ। ਪੰਗਾ ਆ, ਬੋਨ ਆਫ ਕੰਟੈਂਸ਼ਨ ਕਿਹਾ ਮੈਂ, ਬੋਨ ਆਫ ਕੰਟੈਂਸ਼ਨ। ਇਹਨੇ ਪੰਗਾ ਪਾਉਣਾ ਹੀ ਪਾਉਣਾ, ਇਹ ਤਾਂ ਕੰਮ ਹੀ ਆ। ਕਰੋਧੀ ਆ, ਲੋਭੀ, ਮੈਂ ਕਿਹਾ ਨਾ ਜ਼ਿਆਦਾ ਲਿਖਿਆ, ਆਤਾਂ ਜਵਾਈ, ਔਰਤਾਂ ਦਾ ਪ੍ਰੇਮੀ, ਕੰਮ ਹੀ ਆ। ਨਸ਼ਈ ਹੈ ਤਾਂ ਸੋਹਣਾ ਰਹਿੰਦਾ। 4 ਤਾਂ ਗੱਲਾਂ, ਵੈਲਥ ਆ, ਵਾਈਨ ਆ, ਵੂਮਨ ਆ, ਈਗੋ ਆ, ਸੋਹਣਾ ਰਹਿੰਦਾ, ਸ਼ਕੀਨ। ਇਹ 4 ਕੰਮ ਵਾਹਿਗੁਰੂ ਨੂੰ ਪਸੰਦ ਨਹੀਂ। ਸਾਡੀਆਂ ਬੱਜਰ ਕੁਰੈਤਾਂ ਆ। ਬੱਜੇ ਕਾਤਲ ਆ ਤਾਂ ਸਮਗਲਰ ਆ, ਦੇਸ਼ ਧਰੋਹੀ ਆ, ਧੀ ਮਾਂ ਭੈਣ ਵੇਚ ਜਾਂਦਾ ਪੈਸੇ ਪਿੱਛੇ। ਸਰੀਰ ਬਹੁਤ ਗੰਦਾ, ਬਹੁਤ ਗੰਦਾ। ਤੇ ਆਪਾਂ ਇਹ ਸਰੀਰ ਜ਼ਰੂਰ ਧਰਨਾ। हे ਵਾਹਿਗੁਰੂ ਬਖਸ਼ਿਸ਼ ਕਰੀ, ਮੇਰਾ ਕੋਈ ਕਰਮ ਰਹਿ ਗਿਆ ਹੋਵੇ ਤਾਂ ਮਾਫ ਕਰੀ ਵਾਹਿਗੁਰੂ। ਮੈਂ ਦੁਬਾਰਾ ਸਰੀਰ ਨਹੀਂ ਧਾਰਨਾ ਚਾਹੁੰਦਾ। ਹੁਣ ਮੇਰੇ ਹੱਥ 'ਚ ਨਹੀਂ, ਮੈਨੂੰ ਪਤਾ ਨਹੀਂ
ਮੇਰੇ ਵਾਹਿਗੁਰੂ ਨੇ ਕੀ ਕਰਨਾ। ਚਲੋ ਵਾਹਿਗੁਰੂ, ਜੇ ਮੈਂ ਕਿਤੇ ਭੁੱਲ ਭੁਲੇਖੇ ਗਲਤ ਹਾਂ, ਤੂੰ ਮੈਨੂੰ ਸਰੀਰ ਦੇਣਾ ਚਾਹੁੰਦਾ ਤੇ ਮੇਰੀ ਦੋਏ ਕਰ ਜੋੜ ਅਰਦਾਸ ਬੇਨਤੀ ਹੈ ਕਿ ਮੈਂ ਪੜ੍ਹਨਾ ਨਹੀਂ ਚਾਹੁੰਦਾ। ਮੈਨੂੰ ਸਮਝ ਆ ਗਈ, ਕਿਉਂਕਿ ਮੈਂ ਪੜ੍ਹਿਆ ਤੇ ਪੜ੍ਹਾਈ ਵਿੱਚ ਮੁੰਡੇ ਕਿੰਨੇ ਗੰਦੇ ਸੀ ਤੇ ਕਿੰਨੇ ਕੁੜੀਆਂ ਛੇੜਦੇ ਸੀ, ਤੇ ਉਹ ਸਾਰੀਆਂ ਗੱਲਾਂ ਹੁਣ ਮੇਰੇ ਅੱਗੇ ਆ ਰਹੀਆਂ ਤੇ ਅੱਜ ਮੈਨੂੰ ਉਹੀ ਸੰਸਕਾਰ ਮੇਰੇ ਅੱਗੇ ਆ ਰਿਹਾ। ਦੂਜਾ ਵਾਹਿਗੁਰੂ, ਜੇ ਮੈਂ ਨੌਕਰੀ ਨਾ ਕਰਦਾ ਤੇ ਮੈਂ ਰੱਬ ਨੂੰ ਪਾ ਲੈਣਾ ਸੀ। ਮੇਰੇ ਤਾਂ ਮਾਂ ਪਿਓ ਨੇ ਮੈਨੂੰ ਸਮਝਾਇਆ ਕੁਛ ਨਹੀਂ। ਜਵਾਨੀ ਮੇਰੀ ਬਹੁਤ ਗਲਤ ਨਿਕਲੀ ਆ, ਬਹੁਤ ਗਲਤ ਨਿਕਲੀ। ਮੇਰੇ ਮਾਂ ਪਿਓ ਨੇ ਅੰਮ੍ਰਿਤ ਨਾ ਛਕਾਇਆ, ਮੈਂ ਕੋਨਾ ਮੋਨਾ ਹੋ ਗਿਆ, ਸ਼ਰਾਬ ਵੀ ਪੀਂਦਾ ਸੀ, ਚਾਰੇ ਕੁਰੇਤਾਂ ਕਰਦਾ ਸੀ। ਮੈਨੂੰ ਅੱਜ ਉਹਦਾ ਇੰਨਾ ਪਛਤਾਵਾ ਹੈ ਕਿ ਉਹ ਪਛਤਾਵਾ ਹੀ ਮੈਂ ਤੁਹਾਨੂੰ ਦੱਸ ਰਿਹਾ। ਉਹ ਤੁਹਾਨੂੰ ਦੱਸ ਰਿਹਾ, ਤੁਹਾਡੇ ਤੇ ਭਾਵੇਂ ਇੱਕ ਕੁਰੈਤ ਹੋ ਗਈ, ਤੁਹਾਡਾ ਸਾਰਾ ਟੱਬਰ ਗੁੱਲ ਹੋ ਜਾਣਾ। ਤੇ ਕੁਰੈਤ ਇਹ ਸਰੀਰ ਵੇ ਤਾਂ ਕੁਰੈਤ ਦਾ ਰਾਜਾ ਹੈ। ਕੁਰੈਤ ਕਰਨ ਨਾਲ ਹੀ ਤੇ ਖੁਸ਼ ਰਹਿੰਦਾ। ਜੇ ਕੁਰੈਤ ਨਾ ਕਰੂਗਾ ਤਾਂ ਫਿਰ ਸਰੀਰ ਕਾਹਦੇ ਲਈ ਆ? ਸਰੀਰ ਦਾ ਮਤਲਬ ਕੀ ਆ? ਕੁਰੈਤ। ਤੂੰ ਇਹ ਗੱਲ ਜੇ ਹੁਣ ਵੀ ਤੁਹਾਨੂੰ ਮੈਂ ਕਹਿ ਰਿਹਾ, ਦੇਖੋ ਮੈਂ ਕਿਹਾ ਵਾਹਿਗੁਰੂ, ਜੇ ਮੈਂ ਅਗਲਾ ਕਿਤੇ ਤੇਰੇ ਭਾਣੇ ਅੰਦਰ ਜਾਂ ਤੇਰੀ ਕੋਈ ਖੇਡ ਹੈ ਕਿ ਮੈਂ ਜੇ ਸਰੀਰ ਤੋਂ ਮੈਨੂੰ ਭੇਜਣਾ, ਪਹਿਲੀ ਗੱਲ ਤਾਂ ਮੈਂ ਲੈਣਾ ਨਹੀਂ। ਜੇ ਲੈਣਾ ਤਾਂ ਮੇਰੀਆਂ ਆ ਸ਼ਰਤਾਂ ਹੀ, ਚੰਗੇ ਘਰ ਭੇਜੀ, ਬਹੁਤ ਗੁਰਮੁਖ ਪਰਿਵਾਰ, ਦਸਮ ਦੁਆਰੀ ਪਰਿਵਾਰ ਹੋਵੇ, ਉਹਦੇ ਘਰ ਭੇਜੀ। ਨੰਬਰ 1, ਮੈਨੂੰ ਪੜ੍ਹਾਈ ਨਾ, ਮੈਨੂੰ ਪੜ੍ਹਾਈ ਨਾ, ਮੈਂ ਪੜ੍ਹਨਾ ਨਹੀਂ ਚਾਹੁੰਦਾ। ਨੰਬਰ 2, ਮੈਂ ਕੋਈ ਨੌਕਰੀ ਨਹੀਂ ਕਰਨਾ ਚਾਹੁੰਦਾ। ਨਹੀਂ, ਮੈਂ ਪੜ੍ਹਾਂਗਾ ਨਹੀਂ ਤੇ ਨੌਕਰੀ ਨਹੀਂ ਕਰਾਂਗਾ। ਨਹੀਂ, ਮੈਂ ਕੋਈ ਨੌਕਰੀ ਨਹੀਂ ਕਰਨਾ ਚਾਹੁੰਦਾ। ਮੈਨੂੰ ਪਤਾ ਤੂੰ ਮੇਰੀ ਰੋਟੀ ਰੋਜ਼ੀ ਲਿਖੀ ਹੈ ਤੇ ਫਿਰ ਮੈਨੂੰ ਰੋਟੀ ਖਾਣੀ। ਹੁਣ ਵੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਾਂ ਤਾਂ ਵੀ ਤਾਂ ਰੋਟੀ ਖਾਣਾ। ਕਰੋੜਾਂ ਰੁਪਈਆ ਮੇਰੇ ਕੋਲ ਹੋਊਗਾ ਤਾਂ ਵੀ ਤਾਂ ਰੋਟੀ ਖਾਣਾ। ਮੇਰੇ ਨਾਲ ਗੁਆਂਢੀ ਬੜੇ ਅਮੀਰ ਸਨ, ਚਟਨੀ ਨਾਲ ਰੋਟੀ ਖਾਂਦਾ ਸੀ, ਰੋਟੀ ਹਜਮ ਨਹੀਂ ਹੁੰਦੀ ਸੀ। ਕਿਉਂ? ਹਰ ਵੇਲੇ ਦਿਮਾਗ ਉਹਦਾ ਮਾਇਆ ਵੱਲ ਨੱਠਦਾ ਰਹਿੰਦਾ ਸੀ। ਹਰ ਵੇਲੇ ਰੋਟੀ ਖਾਣੀ ਹੈ ਤੇ ਰੋਟੀ ਤੋਂ ਲਿਖੀ ਹੋਈ ਹੈ, ਮੈਨੂੰ ਪਤਾ ਰੋਟੀ ਤੋਂ ਮੇਰੀ ਲਿਖੀ ਹੋਈ ਹੈ। ਮੈਨੂੰ ਕੰਮ ਨਾ ਕਰਾਈ। ਸਿੰਘਣੀ ਮੈਨੂੰ ਬਹੁਤ ਚੰਗੀ ਦੇਵੀ ਗੁਣਾ ਵਾਲੀ ਦੇਈ। ਹੇ ਵਾਹਿਗੁਰੂ, ਜਿਹੜੀ ਸਿੰਘ ਨੂੰ ਗੁਰੂ ਨਾਨਕ ਸਮਝੇ, ਘਰ ਆਏ ਦੀ ਸੇਵਾ ਕਰੇ। ਵਾਹਿਗੁਰੂ ਇੱਕ ਹੋਏ ਬਖਸ਼ਿਸ਼ ਕਰੇ। ਗੁਰੂ ਸਾਹਿਬ ਜੀ ਇਹ ਬਖਸ਼ਿਸ਼ ਕਰਨਾ। ਸੱਚੇ ਪਾਤਸ਼ਾਹ ਤੁਸੀਂ ਨੋਟ ਕਰੋ। ਵਾਹਿਗੁਰੂ ਤੂੰ ਜੇ ਰੱਬ ਨੂੰ ਮਿਲਣਾ, ਜੇ ਮਾਇਆ ਕਮਾਉਣੀ ਹੈ ਤੇ ਉਹ ਤੁਹਾਡੀ ਖੇਡ ਹੈ ਭਾਈ, ਉਹ ਮੇਰੇ ਵੱਸ ਨਹੀਂ। ਬਸ ਇਹ ਨੌਕਰੀ ਨੇ ਤੇ ਪੜ੍ਹਾਈ ਨੇ ਤਾਂ ਬੰਦਾ ਕੁਰੈਤੀਆ ਬਣਾ ਦਿੱਤਾ। ਗੱਲਾਂ ਨੇ ਤਾਂ ਤੁਹਾਨੂੰ ਮਾਰ ਲਿਆ। ਗੱਲਾਂ ਹੀ ਤਾਂ ਤੁਹਾਡੇ ਸੰਸਕਾਰ ਨੇ। ਉਹ ਗੰਦੀ ਗੱਲ ਹੀ ਆਈ ਸਾਹਮਣੇ, ਉਹ ਫਲਾਣੇ 20 ਸਾਲ ਪਹਿਲਾਂ ਉਹਨੇ ਆਹ ਗੰਦੀ ਗੱਲ ਕਹੀ ਸੀ। ਨਾ ਮੈਂ ਵਿਚਰਦਾ ਬਾਹਰ, ਘਰੋਂ ਨਾ ਬਾਹਰ ਜਾਣਾ, ਰੱਬ ਨੂੰ ਪਾਉਣਾ। ਜੇ ਅੱਜ ਵੀ ਚਲੋ ਮੰਨ ਲਓ ਸਾਡੇ ਕੋਲ ਕਈ ਭੁੱਲਾਂ ਹੋ ਜਾਂਦੀਆਂ, ਭੁੱਲਣ ਹਾਰ ਹੈ ਨਾ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਇਹ ਤਾਂ ਭੁੱਲਣ ਹਾਰ ਹੈ। ਇਹ ਭੁੱਲਣ ਹਾਰ ਹੈ। ਜੇ ਮੰਨ ਲਓ ਤੁਹਾਡੇ ਅੱਜ ਵੀ ਵਾਹਿਗੁਰੂ ਨੇ, ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ ਹੈ, ਤੁਹਾਨੂੰ ਆਪਣੇ ਚਰਨਾਂ ਵਿੱਚ ਲਿਆਂਦਾ ਹੈ, ਤੁਹਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ, ਤੁਹਾਡੇ ਅੰਦਰ ਸਿਮਰਨ ਦੀ ਗੱਲ ਪਾਈ ਹੈ, ਤੁਹਾਡੇ ਅੰਦਰ ਦਰਸ਼ਨਾਂ ਦੀ ਗੱਲ ਪਾਈ ਹੈ, ਅੱਜ ਵੀ ਘਰੋਂ ਬਾਹਰ ਨਾ ਜਾਓ। ਖਾਸ ਕਰਕੇ ਮੇਰੇ ਵਰਗੇ ਰਿਟਾਇਰਡ ਬੰਦੇ, ਘਰੋਂ ਬਾਹਰ ਨਾ ਜਾਓ, ਨਾ ਕਰੋ। ਪਿਛਲੀ ਮਾਫੀ ਮੰਗ ਲਓ, ਵਾਹਿਗੁਰੂ ਮੈਨੂੰ ਬਖਸ਼ ਲੈ, ਮੈਨੂੰ ਬਖਸ਼ ਲੈ, ਮੈਨੂੰ ਬਖਸ਼ ਲੈ, ਵਾਹਿਗੁਰੂ ਮੈਨੂੰ ਬਖਸ਼ ਲੈ। ਮਾਫੀ ਮੰਗ ਲਓ ਤੇ ਸੁਰਤੀ ਲਾ ਲਓ। ਮਨ ਨੂੰ ਕੋਈ ਨਹੀਂ ਟਿਕਣਾ ਟੁਕਣਾ, ਐਵੇਂ ਤੁਹਾਡੇ ਭੁਲੇਖਾ ਹੀ ਆ, ਕੋਈ ਟਿਕਣਾ ਨਹੀਂ ਮਨ। ਪਰ ਜਦੋਂ ਟਿਕਣਾ ਸ਼ੁਰੂ ਹੋ ਗਿਆ, ਗੁਰੂ ਦੀ ਮਿਹਰ ਨਾਲ ਟਿਕਣਾ। ਜਿਸ ਦਿਨ ਟਿਕਣਾ ਸ਼ੁਰੂ ਹੋ ਗਿਆ, ਤੁਹਾਡੀ 10-12 ਘੰਟੇ ਸੁਰਤੀ ਹੋ ਜਾਣੀ। ਕਿਉਂ? ਜਦੋਂ ਟਿਕਦਾ ਫਿਰ ਬਹੁਤ ਰਸ ਦਿੰਦਾ, ਬਹੁਤ ਰਸ ਦਿੰਦਾ, ਫਿਰ ਤਾਂ ਆਨੰਦ ਹੀ ਹੋ ਰਿਹਾ, ਬਹੁਤ ਆਨੰਦ ਆ। ਫਿਰ ਅਨਹਦ ਵੱਜਣ ਲੱਗ ਪੈਣਾ, ਅੰਦਰੋਂ ਹੀ ਵਾਹਿਗੁਰੂ ਸੁਣਨ ਲੱਗ ਪੈਣਾ। ਅੰਦਰੋਂ ਵਾਹਿਗੁਰੂ ਸੁਣਨ ਲੱਗ ਪਿਆ, ਤੁਸੀਂ ਸਿਰਫ ਬਹਿਣਾ ਹੀ ਆ। ਬੈਠ ਗਏ? ਹਾਂਜੀ ਬੈਠ ਗਏ। ਬਸ ਵਾਹਿਗੁਰੂ ਵਾਹਿਗੁਰੂ ਅੰਦਰੋਂ ਹੀ ਹੋਣ ਲੱਗ ਪਿਆ। ਫਿਰ ਰਾਗ ਆਉਣ ਲੱਗ ਪੈਣਾ, ਤੁਹਾਨੂੰ ਉਹ ਵਿਛੋੜੇ ਦਾ ਸਲ ਨਜ਼ਰ ਆਉਣਾ। ਫਿਰ ਤੁਹਾਡਾ ਬੋਲਣ ਨੂੰ ਜੀ ਨਹੀਂ ਕਰਨਾ। ਬਸ ਫਿਰ ਸੁਰਤੀ ਲੱਗ ਜਾਣੀ, ਸੁੰਨ ਸਮਾਧ ਹੋ ਜਾਣੀ ਆ। ਸੁੰਨ ਸਮਾਧ ਹੋ ਗਈ, ਹਾਂਜੀ ਤੁਹਾਨੂੰ ਪ੍ਰਕਾਸ਼ ਹੋ ਜਾਣਾ ਆ। ਪ੍ਰਕਾਸ਼ ਹੋ ਗਿਆ, ਉਸੇ ਪ੍ਰਕਾਸ਼ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣੇ ਆ। ਗੁਰੂ ਸਾਹਿਬ ਨਾਲ ਗੱਲਬਾਤ ਕਰਿਓ, ਚਰਨੀ ਪੈ ਜਾਇਓ। ਵਾਹਿਗੁਰੂ ਸਾਰੀਆਂ ਭੁੱਲਾਂ ਮਾਫ ਕਰਕੇ ਸੱਚਖੰਡ ਲੈ ਜਾ। ਸੱਚਖੰਡ ਲੈ ਜਾਣਗੇ, ਉੱਥੇ ਬੈਠ ਕੇ ਫਿਰ ਸੇਵਾ ਕਰਨੀ। ਗੁਰੂ ਸਾਹਿਬ ਜੀ ਮੈਂ ਵੀ ਸੇਵਾ ਕਰਨੀ ਤੁਹਾਡੇ ਵਾਂਗ। ਲੋਕਾਂ ਨੂੰ ਪ੍ਰੇਰੋ। ਉੱਥੇ ਤੁਸੀਂ ਤਿੰਨੇ ਭਵਨ ਦੇਖ ਸਕਦੇ ਹੋ, ਉੱਥੋਂ ਤਿੰਨੇ ਭਵਨ ਦੇਖ ਨਹੀਂ ਸਕਦੇ, ਉੱਥੇ ਪਹੁੰਚ ਸਕਦੇ ਹੋ, ਤੁਹਾਡੀ ਪਹੁੰਚ ਹੋ ਜਾਂਦੀ।
ਤੁਸੀਂ ਜਾ ਕੇ ਕਿਸੇ ਨੂੰ ਪ੍ਰੇਰ ਸਕਦੇ ਹੋ, ਗੁਰੂ ਸਾਹਿਬ ਤੁਹਾਨੂੰ ਸ਼ਾਬਾਸ਼ੀ ਦੇਣਗੇ। ਕਿਉਂ? ਇਹੋ ਹੀ ਕੰਮ ਤਾਂ ਉਹ ਕਰਦੇ ਆ। ਮੇਰਾ ਗੁਰੂ ਕੀ ਕਰਦਾ? ਮੈਂ ਤੁਹਾਨੂੰ 100 ਵਾਰੀ ਕਿਹਾ, ਗੁਰੂ ਸਾਹਿਬ ਪ੍ਰਕਾਸ਼ ਕਰਤੇ, ਕੀ ਕਰਦੇ? ਪ੍ਰਕਾਸ਼ ਕਰਤੇ ਤਾਂ ਅਰੇ ਬਖਸ਼ਿਸ਼ ਲਵੋ ਇਹਨਾਂ ਕੋਲੋਂ। ਪ੍ਰਕਾਸ਼ ਕਰਤੇ ਚੌਰ ਕਰੀ ਜਾਂਦੇ, ਚੌਰ ਕਰੀ ਜਾਂਦੇ, ਸ਼ਾਮੀ ਚੌਰ ਕਰਦੇ, ਸ਼ਾਮੀ ਸੌਖਾਸਨ ਕਰਦੇ ਨੇ, ਸਵੇਰੇ ਕਦੀ ਪ੍ਰਕਾਸ਼ ਕਰਕੇ ਬਖਸ਼ਿਸ਼ ਵੀ ਲਈ ਆ ਤਾਂ ਬਖਸ਼ਿਸ਼ ਉੱਥੇ। ਵਾਹਿਗੁਰੂ ਮੈਨੂੰ ਵੀ ਸੇਵਾ ਬਖਸ਼, ਹੋਰਨਾਂ ਨੂੰ ਪ੍ਰੇਰਨਾ। ਸਾਰਿਆਂ ਨੂੰ 200 ਕਰੋੜ ਨੂੰ ਤਾਂ ਅੰਮ੍ਰਿਤ ਛਕਾ ਦਿਆ। 200 ਕਰੋੜ ਨੂੰ, 200 ਕਰੋੜ ਨੂੰ ਅੰਮ੍ਰਿਤ ਛਕਾ ਦਿਆ ਤਾਂ ਗੁਰੂ ਸਾਹਿਬ ਬਖਸ਼ਿਸ਼ ਕਰਨ। 3 ਕਰੋੜ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਛਕਾਤਾ ਸੀ। ਸੋ ਭਾਈ ਇਹ ਗੱਲ ਨੂੰ ਸਮਝੋ, ਇਹ ਗੱਲ ਨੂੰ। ਸਰੀਰ ਨੇ ਰਾਜ ਲਿਖਿਆ ਨਾ, ਮਨਮੁਖ ਨਹੀਂ ਬਣਨਾ ਵਾਹਿਗੁਰੂ, ਅੱਗੋਂ ਔਲਾਦ ਨੂੰ ਮਨਮੁਖ ਨਹੀਂ ਬਣਾਉਣਾ ਵਾਹਿਗੁਰੂ। ਨਹੀਂ, ਉਹ ਤਾਂ ਏਦਾਂ ਜਿਵੇਂ ਪਕੌੜਾ ਤਲ ਕੇ ਤੇ ਖਾ ਲਿਆ, ਤੇ ਲੂਣ ਮਿਰਚ ਲਾ ਕੇ ਸ਼ੇਰ ਅੱਗੇ ਸੁੱਟਤਾ, ਬੱਚਾ ਨਹੀਂ ਜੰਮਿਆ। ਉਹ ਤੇਰੇ ਬੱਚੇ, ਮੈਂ ਕਈ ਵਾਰੀ ਅੱਜ ਬੜਾ ਉਦਾਸ ਹੋ ਜਾਂਦਾ, ਕਈ ਵਾਰੀ ਕਈਆਂ ਦੇ ਘਰ ਸਮਾਗਮ ਕਰਦਾ ਤਾਂ ਮੈਂ ਦੇਖਦਾ ਉਹਨਾਂ ਦੀ ਆਊਟਪੁੱਟ ਤਾਂ ਕੁਛ ਵੀ ਨਹੀਂ। ਕਿਉਂ? ਬੱਚੇ ਬੇਅਮਰਤੀਏ, ਨੰਗੇ ਸਿਰ ਲੈਟਰਿਨ ਜਾਂਦੇ ਆ, ਨੰਗੇ ਸਿਰ ਬਾਥਰੂਮ ਜਾਂਦੇ ਆ, ਨੰਗੇ ਸਿਰ ਹੀ ਖਾਂਦੇ ਆ, ਨੰਗੇ ਸਿਰ ਹੀ ਬਸ ਇੱਕ ਓਂਕਾਰ ਸਿਖਾਤਾ, ਸਮਝੇ ਮਾਂ ਕਹਿੰਦੀ ਪਤਾ ਨਹੀਂ ਕੀ ਮਾਰ ਕਾ ਮਾਰ ਲਿਆ। ਮਤਲਬ ਉਹਨਾਂ ਨੂੰ ਕੁਛ ਪ੍ਰਾਪਤੀ ਨਹੀਂ ਹੋ ਰਹੀ। ਇਹ ਕਰਮਾ, ਇਹ ਕਰਮਾ। ਪ੍ਰਾਪਤੀ ਤਾਂ ਮੇਰੇ ਗੁਰੂ ਨਾਨਕ ਨੇ ਦੇਣੀ ਆ, ਪਾਸ ਤਾਂ ਤੁਹਾਨੂੰ ਗੁਰੂ ਨਾਨਕ ਨੇ ਕਰਨਾ ਹੈ। ਹੋਰ ਕਿਸੇ ਕੋਲ ਕੋਈ ਪਾਵਰ ਨਹੀਂ ਤੁਹਾਨੂੰ ਪਾਸ ਕਰ ਦੇਵੇ ਨਾ। ਹੁਣ ਮੇਰਾ ਮਨ ਆਉਂਦਾ ਕਈ ਵਾਰੀ, ਵਾਹਿਗੁਰੂ ਸਮਾਗਮ ਕਰਨ ਦਾ, ਇੰਨੇ ਸਮਾਗਮ ਕੀਤੇ, ਫਾਇਦਾ ਬਹੁਤ ਹੋਇਆ, ਪਰ ਕਈ ਵਾਰੀ ਨਹੀਂ ਵੀ ਹੋਇਆ। ਨਹੀਂ, ਕਈ ਘਰ ਆ ਜਿਨ੍ਹਾਂ ਨੇ 1% ਵੀ ਉਹਦਾ ਫਾਇਦਾ ਨਹੀਂ ਲਿਆ, ਤਾਂ ਕਈ ਹੈਗੇ ਆ ਜਿਨ੍ਹਾਂ ਨੇ ਅੱਗੋਂ ਸੁਰਤੀ ਸ਼ੁਰੂ ਕਰ ਲਈ ਆ। ਸੋ ਮਨਮੁਖ ਨਹੀਂ ਰਹਿਣਾ ਵਾਹਿਗੁਰੂ। ਇੱਕ ਗੱਲ ਯਾਦ ਰੱਖਣਾ, ਤੁਸੀਂ ਕੁਛ ਨਹੀਂ ਕਰ ਸਕਦੇ, ਨਹੀਂ ਕਰ ਸਕਦੇ ਨਾ, ਇੱਕ ਅੰਮ੍ਰਿਤ ਛਕ ਲਓ। ਤੁਹਾਡੇ ਸਿਰ ਤੇ ਗੁਰੂ ਨਾਨਕ ਪਾਤਸ਼ਾਹ ਹੱਥ ਰੱਖ ਕੇ ਕਹਿਣ, ਮੇਰਾ ਪੁੱਤਰ ਕੁਛ ਨਾ ਕਰਨਾ, ਅੰਮ੍ਰਿਤ ਛਕ ਲਓ ਤੇ ਵਾਹਿਗੁਰੂ ਬੋਲਦੇ ਜਾਓ। ਮੈਂ ਕਹਿੰਦਾ ਹੋਰ ਕੁਛ ਨਾ ਕਰਨਾ। ਪਹਿਲੀ ਗੱਲ ਤਾਂ ਗੁਰੂ ਨਾਨਕ ਦੇ ਅੰਮ੍ਰਿਤ ਛਕਣ ਨਾਲ ਹੀ ਦੇਖੋ, ਸਤਿਗੁਰੂ ਸਰਨੀ ਆਇਆ, ਬਾਹਰ ਨਹੀਂ ਬਨਾਸ, ਤੁਹਾਡੀ ਮੌਤ ਨਹੀਂ ਹੋਣੀ। ਤੁਸੀਂ ਧਰਮਰਾਜ ਕੋਲ ਨਹੀਂ ਜਾਣਾ, ਜਮਦੂਤਾਂ ਕੋਲ ਨਹੀਂ ਜਾਣਾ, ਨਰਕਾਂ ਵਿੱਚ ਨਹੀਂ ਜਾਣਾ, ਨਹੀਂ ਉੱਥੇ ਮਾਰ ਖਾਣੀ। ਇੱਕ ਤਾਂ ਬਹੁਤ ਵੱਡੀ ਗੱਲ ਕਿ ਅੰਮ੍ਰਿਤ ਛਕਣ ਨਾਲ ਤੁਸੀਂ ਨਰਕਾਂ ਤੋਂ ਬਚ ਗਏ, ਧਰਮਰਾਜ ਤੋਂ ਬਚ ਗਏ, ਜਮਦੂਤਾਂ ਤੋਂ ਬਚ ਗਏ, ਸਜ਼ਾਵਾਂ ਤੋਂ ਬਚ ਗਏ, 8 ਕਰੋੜ 40 ਲੱਖ ਸਾਲ ਦੇ ਭੁਗਤਾਨ ਤੋਂ ਬਚ ਗਏ। ਇੱਕ ਗੱਲ। ਦੂਜੀ ਗੱਲ, ਵਾਹਿਗੁਰੂ ਕਹਿੰਦੇ ਜਾਓ, ਵਾਹਿਗੁਰੂ, ਤੇ ਗੁਰੂ ਸਾਹਿਬ ਨਾਲ ਗੱਲਬਾਤ ਕਰ ਲਿਆ ਕਰੋ, ਵਾਹਿਗੁਰੂ ਮੈਨੂੰ ਬਖਸ਼ ਲੈ, ਐਸੇ ਉਮਰੇ ਹੀ ਬਖਸ਼ ਲੈ, ਬਸ ਵਾਹਿਗੁਰੂ। ਇੱਕ ਵਾਹਿਗੁਰੂ ਕਹਿਣ ਨਾਲ ਤੁਹਾਡੇ ਪਿਛਲੇ ਸੰਸਕਾਰ, ਇੱਕ ਜਨਮ ਦੇ ਸੰਸਕਾਰ ਖਤਮ ਹੋ ਜਾਂਦੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜੇ ਬਜ਼ੁਰਗ ਬਾਹਰ ਆ ਉਹਨਾਂ ਲਈ ਤਾਂ ਬਹੁਤ ਚੰਗੀ ਗੱਲ ਆ। ਕਿਵੇਂ? ਜਿਵੇਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਬਹੁਤ ਵਧੀਆ। ਕਿਵੇਂ? ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਬੁਢੇਪੇ ਦੀ, ਠੀਕ ਆ। ਚੁੱਪ ਕਰਕੇ ਗੁਰਦੁਆਰੇ ਆ ਜਾਓ, ਵਾਹਿਗੁਰੂ ਢੋਲ ਲਾ ਲਓ, ਵਾਹਿਗੁਰੂ 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 ਕਰਦੇ ਜਾਓ। ਜੇ ਉੱਥੇ ਕਈ ਵਾਰੀ ਜਿਵੇਂ ਹੁਣ ਕਾਫੀ ਬਜ਼ੁਰਗ ਨੇ ਬਾਹਰ, ਜਿਵੇਂ ਕੈਨੇਡਾ, ਅਮਰੀਕਾ, ਬੜੇ ਬਜ਼ੁਰਗ ਨੇ, ਤੇ ਉਹ ਸਾਰੇ ਬਜ਼ੁਰਗਾਂ ਨੂੰ ਚਾਹੀਦਾ ਕਿ ਸਵੇਰੇ ਰੋਟੀ ਖਾ ਕੇ, ਲੰਗਰ ਛਕ ਕੇ, ਨਾਸ਼ਤਾ ਕਰਕੇ ਸਾਰੇ ਗੁਰਦੁਆਰੇ ਆ ਜਾਣ। ਸੋ ਗੁਰਦੁਆਰੇ ਚੁੱਪ ਕਰਕੇ, ਕਿਉਂਕਿ ਹੁਣ ਬਜ਼ੁਰਗ ਆਪਾਂ ਤਾਂ ਬਜ਼ੁਰਗ ਚੁੱਪ ਕਰਕੇ ਢੋਲ ਲਾਓ ਕੰਧ ਨਾਲ। ਗੱਦੀ ਥੱਲੇ ਦੇਖੋ, ਕਈ ਵਾਰੀ ਅੱਜ ਜਿਵੇਂ ਹੁਣ ਮੈਂ ਗੱਦੀ ਤੋਂ ਬਗੈਰ ਮੈਂ ਨਹੀਂ ਬੈਠ ਸਕਦਾ। ਕਿਉਂ? ਮੈਨੂੰ ਥੱਲੇ ਮਾਸ ਕੱਸ ਕੇ ਤੇ ਮੈਨੂੰ ਦਰਦ ਹੁੰਦੀ ਆ, ਮੈਂ ਨਹੀਂ ਬੈਠ ਸਕਦਾ। ਸੋ ਮੈਨੂੰ ਢੋਲ ਲਾ ਕੇ ਬੈਠਣਾ ਪੈਂਦਾ, ਮੈਂ ਢੋਲ ਤੋਂ ਬਗੈਰ ਬੈਠ ਹੀ ਨਹੀਂ ਸਕਦਾ। ਉਮਰ ਹੈ, ਉਮਰ ਹੈ। ਉਹਦੇ ਕਿਹਾ ਖੁਰਾਕ ਠੀਕ ਰੱਖਣਾ। ਇੱਕ ਤੁਹਾਨੂੰ ਦੱਸ ਦਿੰਦਾ, ਕੁਛ ਵੀ ਹੋਵੇ ਆਪਣੀ ਖੁਰਾਕ ਬੈਲੈਂਸ ਡਾਈਟ ਰੱਖਣਾ ਬਿਲਕੁਲ, ਤਾਂ ਕਿ ਤੁਹਾਨੂੰ ਬੈਠਣ ਵਿੱਚ ਤਕਲੀਫ ਨਾ ਹੋਵੇ। ਕਦੀ ਪੱਟ ਦੁਖਦਾ ਈ, ਕਮਰ ਦੁਖਦੀ ਆ, ਰੀੜ੍ਹ ਦੀ ਹੱਡੀ ਦੁਖਦੀ ਆ, ਉਹ ਡਿਸਕ ਹਿੱਲ ਗਈ ਆ, ਉਹ ਮਣਕਾ ਹਿੱਲ ਗਿਆ, ਉਹ ਤਕਲੀਫ ਆ ਗਈ ਆ। ਦਿਸ ਸੌਰਟ ਆਫ ਪ੍ਰੋਬਲਮ ਸ਼ੁੱਡ ਨਾਟ ਕਮ। ਤੁਸੀਂ ਬੈਠਣਾ ਠੀਕ ਸਿੱਖ ਜਾਓ। ਤਾਕਤ ਹੋਏਗੀ ਤੇ ਬੈਠੋਗੇ, ਬੈਠੋ, ਸਾਰੇ ਬੈਠ ਜਾਓ, ਸਾਰੇ ਜਣੇ। ਜੇ 10-15 ਹੋ ਤਾਂ ਕਿਆ ਬਾਤ ਹੈ, ਵਾਹਿਗੁਰੂ ਲਿਖਿਆ ਕਿਆ ਬਾਤ ਹੈ। ਫਿਰ ਵਾਹਿਗੁਰੂ ਬੋਲੋ, ਗੁਰੂ ਸਾਹਿਬ ਜੀ ਚਲੋ ਜੋ ਬੀਤ ਗਿਆ ਸੋ ਬੀਤ ਗਿਆ। ਸੱਚੇ ਪਾਤਸ਼ਾਹ ਹੁਣੇ ਹੀ ਸਾਡਾ ਮਨ ਟਿਕ ਜਾਏ। ਵਾਹਿਗੁਰੂ 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 ਵਾਹਿਗੁਰੂ। ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੋ, ਉੱਥੇ ਵਾਹਿਗੁਰੂ ਹੈ, ਉੱਥੇ ਗੁਰੂ ਨਾਨਕ ਮੇਰਾ ਵਾਹਿਗੁਰੂ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਹੈਗੇ ਹੀ ਹੈਗੇ ਆ, ਚੌਥੇ ਤੁਸੀਂ ਵਾਹਿਗੁਰੂ ਹੋ। ਤੁਹਾਨੂੰ ਇੱਕ ਨੂੰ ਲਾਈਟ ਹੋ ਗਈ, ਪ੍ਰਕਾਸ਼ ਹੋ ਗਿਆ, ਤਾਂ ਤੁਹਾਨੂੰ ਸਮਝ ਆ ਜਾਣੀ ਹੈ ਕਿ ਮੈਂ ਵਾਹਿਗੁਰੂ।
बस उत्थे वेले बैठ के गप्पा ना मारो तो लंगर छकन ना जाओ। वाहिगुरू तो बाबे दियां रोटियां 3 काम करेन, मत मारन, हड गालन, उद्यम करना देने काम हो जाना। उत्थे लंगर छकन ना जाया करो। लंगर जरूर छको, मैं ये नहीं कहता कि लंगर नहीं छकना, नहीं, मेरी ये भावना नहीं, पर वो 2.5 घंटे सिमरन तो करो। जिस वाहिगुरू का खाने हो उसका धन्यवाद तो करो। है खाई जेड़ा खाई जाएगा धन्यवाद नहीं करेगा वो मारिया जाएगा। ਉਹਦੇ लिए बाबे दी रोटियां 3 काम करे। ते जे सिमरन करोगे तो घर भी बाबे का ही आ, घर किहदा लंगर वो भी बाबे का ही है, दिंदा तो बाबा ही आ। बाबा लंगर खाण नूं ना नहीं करता, पर 2.5 घंटे दसवंध मंगदा। 2.5 घंटे तो सिमरन करो। तो बजुर्गों को 8 घंटे सिमरन करो गुरुद्वारे। मैं तो कहना किते देखो झाड़ू पोछे की लोड़ आ कर दो, किते देखो सफाई की लोड़ आ कर दो, किते देखो भांडे मांजन की लोड़ आ कर दो। सेवा भी करिया करो, चरण धूड़ भी ले लिया करो। तो कहना हमेशा वाहिगुरू बोल के वाहिगुरू। मैं अगे भी दसिया, हुण अगेन आई रिपीटेड। किवें जे तुसीं गल्लां करके कोई सेवा की 0 नंबर, 0/100। जे तुसीं कोई गल नहीं की तो भांडे भी मांजे, चरण धूड़ भी लई 50/100। जे तुसीं वाहिगुरू वाहिगुरू करके सेवा की है, बोले ही नहीं किसी नाल, वाहिगुरू भांडे मांजी जाने हो, वाहिगुरू वाहिगुरू चरण धूड़ लई जाने हो, वाहिगुरू झाड़ू पोछा करी जाने हो, वाहिगुरू वाहिगुरू। 100/100 नंबर आ, 100/100। तो 100/100 नंबर लाओ ना। तो इसलिए ਜਿਹੜੇ ਬਜ਼ੁਰਗ ਨਹੀਂ ਕੰਮ, ਅੱਛਾ ਤੁਸੀਂ ਕਈ ਵਾਰੀ ਬਜ਼ੁਰਗ ਇੰਨੇ ਆਪਾਂ सेवा नहीं कर सकते, नहीं कोई गल नहीं, ਤੁਸੀਂ बैठ के सिमरन करो, वाहिगुरू वाहिगुरू। बैठे रहो वाहिगुरू बोलते रहो, बैठे रहो वाहिगुरू बोलते रहो। हाँ तुसी गद्दी ले सकते हो, नहीं हाँ कुर्सी ते भी बैठ सकते। जिन्हों के गोडे खराब आ, वाहिगुरू कुर्सी बैठने नाल तैने नाराज हो जाता भी तू मेरे सामने कुर्सी ते बैठ गए। वाहिगुरू नाराज होता है? नहीं, कुर्सी ते बैठने नाल क्या होता, कोई फर्क नहीं पैंदा। कई बारी बंदा बैठ भी नहीं सकता, लेट के वाहिगुरू करी जाओ, वाहिगुरू लेट के करी जाओ, वाहिगुरू वाहिगुरू। वो तो वाहिगुरू का मतलब ही वाहिगुरू तेरा शुक्र है, वाहिगुरू तेरा शुक्र है, वाहिगुरू वाह हनेरे चो चानन करने वाले आ तू धन है, ये शुक्रिया तू धन है। उन्होंने धन ही कहना, अकिरत धन नहीं बनना ਉਹਦੇ। हाँ सिर मुँह बना लिया, गुरुद्वारे आ गए, रोटी खा ली, शराब भी पी लेंदे हो, अकिरत कनो, अकिरत कनो तुसी, हराम खोर लून हरामी हो, खांदे तो ਉਹਦਾ हो है, तो नाम नहीं जपदे। बस ये कुछ गल्लां याद करने वाली है। उत्थे वाहिगुरू तेरा शुक्र है, वाहिगुरू तेरा शुक्र है, हनेरे चो चानन करने वाले आ तू धन है। कोई गल है, हनेरे चो चानन करने वाले आ तू धन है, तू धन है। वो शुक्रगुजारी चाहता है। बेशक जी सदके मेरा ही खा, मेरा ही पहन, साह भी तो मेरा, शरीर भी तो मेरा ही है, तू शरीर भी होता है। मैं क्या सतगुरु सरनी आया बाड़ नहीं विनाश, हर नानक कदे न विसरूं, ए जियो पिंड तेरा सास। साह भी तेरी कृपा नाल आ रहा, शरीर भी तेरा, अंदर भी तू है, फिर तुहाडा की है? वो तुहाडा मेरा की आ? वो अपनी तो होंद ही है नहीं, वी डू नॉट एग्जिस्ट इवन, वो साडी तो होंद ही है नहीं हुई। तो फिर वाहिगुरू तो वाहिगुरू जपना, वाहिगुरू जपी जाओ, वाहिगुरू वाहिगुरू। बस एक मेरी अरदास, मेरी बेनती सुन लो, मनमुख ना रहना ना। मनमुख की तो उन्हें चमड़ी भी नहीं उधेड़नी, तो अद्धी को उधेड़ भी देने, पाड़ भी देना तो अद्धा को रख भी देना। वो धर्मराज का तुहानू पता नहीं, ना तुहानू कोई दसदा, ना किसी ने देखा। सूक्ष्म खेड़ा दिसदी होवे ते तुहानू भी नजर आ जाए, दिसदी होवे ते सारी दुनिया च एक बंदा भी मनमुख ना रहे। जे खेड़ दिसदी होवे ना, एक बंदा भी मनमुख ना रहे। सो इहो ही भाई गुरदास जी दस रहे हैं, खोटी मत वाला बंदा है मनमुख। तो मनमुख नहीं रहना, गुरु के लाल मनमुख नहीं रहना, गुरु के लाल मनमुख नहीं रहना। बस एक गल गुरमुख बनना है। कमाई वाहिगुरू नूं कहना, वाहिगुरू मैंने कोई सिमरन दी सेवा बख्श, सच्चे पातशाह मैं 2.5 3 4 5 घंटे सिमरन कर सका, मेरे ते मेहर कर, मैं तेरे नाल जुड़ सका, तेरा धन्नवाद कर सका, तेरा शुक्रगुजार रवां, तेरा आज्ञाकारी रवां। वाहिगुरू वाहिगुरू मैं अन्ना है, सच्चे पातशाह अपना पल्ला फड़ा, अपने लड़ लाई रख, वाहिगुरू बख्शिश कर। बस ਹੁਣ ਤੁਸੀਂ ਬਾਹਰ ਚਲੇ ਜਾਓਗੇ, ਹੁਣ ਮੈਨੂੰ ਗੱਲ ਯਾਦ ਆ ਗਈ, ਉੱਥੇ ਤੁਹਾਡੇ ਕੰਮ ਕੀਤਿਆਂ ਰੋਟੀ ਨਹੀਂ ਆਉਣੀ। ਹਾਂਜੀ ਉੱਥੇ ਤਾਂ ਮਾਇਆ ਨਗਰੀ ਦਾ ਨਾਂ ਹੈ, ਮਾਇਆ ਨਗਰੀ। ਕਮਾਓਗੇ ਤਾਂ ਖਾਓਗੇ, ਨਹੀਂ ਤੇ ਨਹੀਂ। ਉੱਥੇ ਰਿਵਾਜ ਹੈ, ਮਾਂ ਕੰਮ ਕਰਦੀ ਹੈ, ਧੀ ਕੰਮ ਕਰਦੀ ਹੈ, ਪੁੱਤਰ ਕੰਮ ਕਰਦਾ ਹੈ, ਪਿਓ ਕੰਮ ਕਰਦਾ ਹੈ, ਭੈਣ ਕੰਮ ਕਰਦੀ, ਭਰਾ ਕੰਮ ਕਰਦਾ ਹੈ।
ਤੇ ਸਾਰੇ ਕੰਮ ਕਰਕੇ ਫਿਰ ਵੀ ਰੋਂਦੇ ਰਹਿੰਦੇ, ਰੋਟੀ ਨਹੀਂ ਪੂਰੀ ਹੁੰਦੀ। ਵੀ ਇੱਥੇ ਸਾਡੇ ਪੰਜਾਬ ਵਿੱਚ ਕੰਮ ਹੀ ਕੋਈ ਨਹੀਂ ਕਰਦਾ, ਰੋਟੀ ਫਿਰ ਵੀ ਵਾਹਿਗੁਰੂ ਦੇਈ ਜਾਂਦਾ। ਇਹ ਗੁਰੂ ਦੀ ਧਰਤੀ ਆ, ਉਹ ਭਾਈ ਇਹ ਗੁਰੂਆਂ ਦੀ ਧਰਤੀ ਆ। ਇੱਥੇ ਮਿਹਰ ਹੋਣੀ ਹੋਣੀ, ਬਖਸ਼ਿਸ਼ ਹੋਣੀ ਹੋਣੀ, ਕਿਰਪਾ ਹੋਣੀ ਹੋਣੀ। ਕੰਮ ਕਰਦੀ ਹੈ ਤਾਂ ਮਨ ਦਾ ਭੁਲੇਖਾ ਕੰਮ। ਜਦ ਵਾਹਿਗੁਰੂ ਨੇ ਲਿਖਿਆ ਮੈਂ ਰੋਜ਼ੀ ਰੋਟੀ ਲਿਖ ਦਿੱਤੀ ਹੈ, ਤਾਂ ਫਿਰ ਦਊਗਾ ਨਹੀਂ, ਭੁੱਖੇ ਮਾਰ ਦਊਗਾ ਉਹਨੇ, ਕਿਦੋਂ ਨਾ ਕਿਦੋਂ ਦੇ ਦੇਣੀ। ਉਹਦਾ ਫਰਜ਼ ਬਣਦਾ, ਉਹਦੀ ਡਿਊਟੀ ਹੈ। ਤੁਸੀਂ ਜਿਹੜੇ ਹੁਣ ਇੱਕ ਗੱਲ, ਮੈਂ ਤੁਸੀਂ ਰੋਟੀ ਦੀ ਗੱਲ ਕੀਤੀ, ਮੈਂ ਤੁਹਾਨੂੰ ਕੰਮ ਦੀ ਗੱਲ ਕੀਤੀ ਆ, ਠੀਕ ਆ। 8 ਘੰਟੇ ਨੌਕਰੀ ਕਰਦੇ ਹੋ, ਜਾਂ 8 ਘੰਟੇ ਬਿਜ਼ਨਸ ਕਰਦੇ ਹੋ, ਜਾਂ ਦੁਕਾਨ ਤੇ ਬਹਿੰਦੇ ਹੋ, ਕੋਈ ਵੀ ਤੁਸੀਂ ਕੋਈ ਕੰਮ ਕਰਦੇ ਹੋ। ਬਿਜ਼ਨਸ ਵੀ ਇੱਕ ਵਨ ਸੌਰਟ ਆਫ ਨੌਕਰੀ ਆ। ਬਿਜ਼ਨਸ ਕਰਦੇ ਹੋ, ਜਾਂ ਆਪਣੀ ਦੁਕਾਨ ਆ, ਜਾਂ ਆਪਣਾ ਵਪਾਰ ਆ, ਜਾਂ ਗੌਰਮੈਂਟ ਦੀ ਕੋਈ ਨੌਕਰੀ, ਜਾਂ ਪ੍ਰਾਈਵੇਟ ਕੋਈ ਨੌਕਰੀ, ਜਾਂ ਖੇਤੀਬਾੜੀ, ਕੋਈ ਕੰਮ ਤਾਂ ਕਰਦੇ ਹੋ। ਹਾਂ ਕਰਦੇ ਹੋ। ਹੁਣ ਮੈਂ ਤੁਹਾਨੂੰ ਕਿਹਾ ਤੁਸੀਂ ਕੰਮ ਨਾ ਕਰੋ, 8 ਘੰਟੇ ਫਿਰ ਵਾਹਿਗੁਰੂ ਦੀ ਸੇਵਾ ਕਰੋ ਨਾ, 8 ਘੰਟੇ ਸਿਮਰਨ ਉਹ ਕਰੋ। ਫਿਰ 8 ਘੰਟੇ ਤੁਹਾਡੇ ਸਿਮਰਨ ਵੈਸੇ ਕਰਨ ਦੀ ਡਿਊਟੀ ਹੈ, ਭਾਵੇਂ ਨੌਕਰੀ ਕਰਦੇ ਹੋ। ਨੌਕਰੀ ਕਰਨ ਵਾਲੇ ਦਾ ਫਰਜ਼ ਨਹੀਂ ਬਣਦਾ ਕਿ ਉਹ ਸਿਮਰਨ ਕਰੇ। 8 ਘੰਟੇ ਸਿਮਰਨ ਕਰਨਾ, 8 ਘੰਟੇ ਵਾਹਿਗੁਰੂ ਦੇ, 24 ਘੰਟੇ 'ਚ 8 ਘੰਟੇ ਆਰਾਮ ਦੇ ਆ। ਸਿਮਰਨ ਕਰਕੇ ਵੀ ਆਰਾਮ ਚਾਹੀਦਾ, ਨੌਕਰੀ ਕਰਕੇ ਵੀ ਆਰਾਮ ਚਾਹੀਦਾ। ਸਮਝ ਗਏ? 8 ਘੰਟੇ। ਹੁਣ ਆਪਾਂ ਨੌਕਰੀ ਵਾਹਿਗੁਰੂ ਦੀ ਕਰ ਲੈਂਦੇ ਹਾਂ, 8 ਘੰਟੇ ਸਿਮਰਨ ਉਹ 8 ਘੰਟੇ ਵੈਸੇ ਸਾਡਾ ਫਰਜ਼ ਹੈ। 16 ਘੰਟੇ ਸਿਮਰਨ ਕਰੋ, ਤੁਹਾਨੂੰ ਕੰਮ ਦੀ ਲੋੜ ਨਹੀਂ। ਭਾਵੇਂ ਇੰਗਲੈਂਡ ਬੈਠੇ ਹੋ, ਭਾਵੇਂ ਕੈਨੇਡਾ ਬੈਠੇ ਹੋ, ਤੇ ਭਾਵੇਂ ਕਿਤੇ ਬਾਹਰ ਬੈਠੇ ਹੋ, ਤੇ ਭਾਵੇਂ ਘਰ ਬੈਠੇ ਹੋ, 16 ਘੰਟੇ ਸਿਮਰਨ ਕਰਨ ਵਾਲੇ ਨੂੰ ਕੰਮ ਦੀ ਲੋੜ ਨਹੀਂ। ਕਿਉਂ? 8 ਘੰਟੇ ਅਸੀਂ ਵਾਹਿਗੁਰੂ ਦੀ ਡਿਊਟੀ ਕਰ ਰਹੇ। 8 ਘੰਟੇ ਸਾਡਾ ਫਰਜ਼ ਬਣਦਾ ਹੈ, 16 ਘੰਟੇ ਵਾਹਿਗੁਰੂ ਬੋਲੋ। 16 ਘੰਟੇ ਮੈਂ ਦੇਖਦਾ ਤੁਸੀਂ ਭੁੱਖੇ, ਮੈਨੂੰ ਆ ਕੇ ਫੜ ਲੈਣਾ, ਭਾਈ ਸਾਨੂੰ ਤਾਂ ਰੋਟੀ ਨਹੀਂ ਬਣੀ, ਲਿਆਓ ਦਿਖਾਓ ਇੱਕ ਬੰਦਾ, ਗਿਵ ਮੀ ਵਨ ਐਗਜ਼ਾਮਪਲ ਐਟਲੀਸਟ। ਭਾਈ ਸਾਨੂੰ ਰੱਬ ਦੀ ਸੋਝੀ ਨਹੀਂ ਆਈ, ਸਾਨੂੰ ਰੱਬ ਦੀ ਗੱਲ ਹੀ ਨਹੀਂ ਸਮਝ ਆਈ, ਅਸੀਂ ਕੀ ਸਮਝਾਉਣਾ? ਅਸੀਂ ਤਾਂ ਕੁਝ ਵੀ ਨਹੀਂ ਕਰ ਰਹੇ। ਸੋ ਗੱਲ ਨੂੰ ਸਮਝੀਏ, ਵਾਹਿਗੁਰੂ ਮਿਹਰ ਕਰੇ। ਤੋ ਜੈਸੇ ਤੋ ਅਕਸਮਾਤ ਬਾਦਰ ਅਦੂਤ ਹੋਤ, ਤੋ ਗगन ਘਟਾ ਕਮੰਡ करत विकार बिथार जी। तो अकस्मात अचानक, अकस्मात अचानक, बादर बदल, उदोत प्रगटना, गगन आकाश। सो जिवें अचनचेत आकाश विच बदल चढ़ आउंदा है ते घनहर घन घोर घटा चारे पासे विस्तार नाल खिलर जांदियां। ठीक है, आ जांदा बदल, तो आ जांदा है। ਤਾਂ ਹੀ ਤੇ ਸ਼ਬਦ ਧੁਨ ਘਨ ਗਰਜਤ ਅਤ ਚੰਚਲ ਚਰਿੱਤਰ ਦਾਮਨੀ ਚਮਤਕਾਰ ਜੀ। ਤੇ ਉਸ ਤੇ ਬੱਦਲ ਦੇ ਗਰਜਨ ਨਾਲ ਸ਼ਬਦ ਦੀ ਜ਼ਬਰਦਸਤ ਧੁਨੀ ਗੁੰਜਦੀ ਅਤੇ ਚੰਚਲ ਕੌਤਕ ਵਾਲੀ ਬਿਜਲੀ ਦੇ ਲਿਸ਼ਕਾਰੇ ਲਿਸ਼ਕਦੇ ਹਨ। ਤੋ ਬਰਖਾ ਅੰਮ੍ਰਿਤ ਜਲ ਮੁਕਤਾ ਕਪੂਰ ਤਾਂ ਕੇ ਔਖ ਦੀ ਉਪਾਰਜਨਾ ਅਨੇਕ ਪ੍ਰਕਾਰ ਜੀ। तो फिर अमृत समान ठंडे मिठे जल की बरखा होंदी है। आकाश का पानी, मीह का पानी बहुत साफ होता है। पहला छराटा छड़ दो, क्योंकि आकाश में धूड़ होंदी है। पहला छराटा गंदा होता है, धूड़ का होता है। तुसीं पहला छराटा छड़ दो, मगरों पानी इकट्ठा करके देखो, दुनिया मंनदी है सब तो साफ पानी है, सब तो साफ। तो जिस बरखा विचों स्वाति बूंद ते सिप विच पैन नाल कीमती मोती अते केले विच पैन नाल कपूर हुंदा है, तो कई प्रकार दीयां दवाइयां जड़ियां बूटियां दी उपज हुंदी है जी। देख लो। तो दिव दे साध जन्म मरण रहत जग प्रगटत करबे को परोपकार जी। तो परोपकारी बदल वांग ही गुरमुख प्यारे दा शरीर दैवी गुणा वाला हुंदा है, ते वो जन्म मरण तो रहत हुंदे हैं। जन्म मरण दोहू मैना ही जन परोपकारी आए। तो जगत विच परोपकार करन लई प्रगट हुंदे हैं। जन परोपकारी आए, जी दान दे भक्ति लाइन हर स्यो लैन मिलाए। सो भाई गुरमुख जन प्राणी मात्र नूं जी दान दे के प्रभु नाल मिलाउण ਦੇ ਪਰਪਕਾਰ ਲਈ ਜਗਤ ਵਿੱਚ ਆਉਂਦੇ ਹਨ। ਜੀ ਦਾਨ ਅੰਮ੍ਰਿਤ ਦਾਨ, ਅੰਮ੍ਰਿਤ ਛਕ ਲੈ ਪਈ ਹੋਈ, ਇਹ ਪਰਪਕਾਰੀ ਜਨਮ ਮਰਨ 'ਚ ਨਹੀਂ ਹੁੰਦੇ। ਉਹ ਪਰਪਕਾਰੀ ਹੁੰਦੇ ਆ ਜਿਹੜੇ ਹੋਰਨਾਂ ਨੂੰ ਪ੍ਰੇਰਦੇ ਆ, ਅੰਮ੍ਰਿਤ ਛਕ ਲਓ ਭਾਈ, ਅੰਮ੍ਰਿਤ ਛਕ ਲਓ।
सफल बिरख फल देत जो पखान सारे, जो पखान सफल बिरख फल देत जो पखान मारे, सिर करवत सह गह पार 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 है। जिवें फल वाले बिरछ नूं वट्टा मारिया तो वह बिरछ वट्टा मारन वाले नूं फल दिंदा है। देखे ना उल्टा काम है। सफल बिरछ फल देत जो पखान मारे, वट्टा मारिया पत्थर मारिया उन्हें फल दिता, वट्टा मारन वाले क्या परोपकार है। तुसीं वट्टे मारदे हो फल दिंदा है, क्या परोपकार है। तो फिर सिर ते लोहे दा आरा सह के लकड़ बेड़ा रूप हो के उस चीरन वाले लोहे नूं भी अपने जिहड़ा लोहे नाल चीरदा तरखान कारीगर ते अपने नाल रख के पारले बन्ने पहुंचाउंदा है। सिर करवत सह गह पार पार है। तुसीं तो उहदे चीर फाड़ करके बेड़ा बनाता। दरख्त ने नहीं सोचा इन्हें मैनूं चीर फाड़ कीता सी, मैनूं डोब दियां, उहनूं भी तार दिंदा। यह परोपकार। तुसीं उहदे सिर ते आरा रख के चीर दिता, किड्डा परोपकार है। तो उन्हें यह नहीं कहा कि हुण मेरे विच बैठा तो मैं इहनूं डोब दियां, नहीं, उहनूं डोबिया नहीं, सगों तारिया। यह परोपकार है। इहो जिहा परोपकार ये तो परोपकार सागर में काढ़ मुख फुरियत सीप को ज्यों, सो देत मुख ताहल अविज्ञा न विचार है। जिमें समुंदर विचों कढ़ के सिप दा मूँह तोड़िया जाता है, पर वो सिप अपना मूँह फोड़न वाले नूं मोती दिंदा है ਅਤੇ अपने नरादर नूं नहीं चितारदा भी मेरा इन्हें मूँह तोड़ के विचों मोती कढ़िया। कदी वो कहंदा भी मेरा तो मूँह तोड़ दिता इन्हें। कुर्बानी देनी पैंदी है, सेवा लई कुर्बानी देनी पैंदी है भाई, ये गल है। तो जैसे खन वारा खान खनत हनत हन घन, सो मानक हीरा मोल पर उपकार है। तो जिमें खान पुट्टन वाला खानहारा खानवारा, खान पुट्टन वाला खान नूं पुटदियां पुटदियां बहुत वदान मारदा है, थोड़े मारदा है, वदान थोड़े मारदा है, घन जिन्हों घन कहीदा, भारा थोड़ा जिन्हों कहीदा। पर वदान मारन वाले नूं वो खान परोपकार करके अमोलक मानक हीरे दिंदी है। कदी नहीं कहा यार तू मेरे मूँह ते थोड़े मारी जन्ना, फिर भी वो हीरे दिंदी है। ऊख में पीऊख ज्यों प्रकाश हो तो कोलू पचे, अवगन किए गुण साधन के द्वार है। तो जिमें कोलू विच पीड़े जानते भी गन्ने विचों अमृत समान मिठा रस प्रगटदा है। देख लो अपने आप नूं कटाउणा पैंदा। त्यों ही सतपुरुषां दे द्वारे भाव साध संगत विच अवगण करन वालियां नाल भी परोपकार दा वरताव कीता जांदा है। संगत च आ जाओ, सिमरन करो, बख्शिश हो जाती है। तो साध संग दर्शन को है नित नेम जाके। देखा जी नित नेम, तो सोई दर्शनी सम दर्श ध्यानी। सो जिस प्राणी दा सतपुरुषां दी संगत दे दर्शन दा रोज़ दा नितनेम है, वो सही अर्थां विच दर्शन जोग गुरु वाहिगुरु दा ध्यानी है। ध्यानी ध्यानी नाम जपन वाला अते समान दृष्टि वाला है। भाव हरेक विच हरेक थां विच वाहिगुरु दे दर्शन करता है। शब्द विवेक एक टेक जाके मन वसै। यह है जिहड़े नितनेमी बंदे आ, जिहड़े रोज़ गुरुद्वारे जाके सिमरन करते, ध्यानी जिहड़े बंदे, ध्यान की गल की, ज्ञान की नहीं, पाठी जी नहीं गल की। ना पाठ करने वाला जां गुटका पढ़िया तो नितनेम कर लिया, उसकी नहीं, ध्यानी ध्यानी की गल की है। तो शब्द विवेक एक टेक जाके मन वसे, मान गुरु ज्ञान सोई ब्रह्म ज्ञानी। इत्थे ज्ञान दी गुरु दे शब्द वाहिगुरु, गुरु दे शब्द की विचार, श्री गुरु ग्रंथ साहिब दे शब्द की विचार, गुरु उपदेश नाम सिमरन कमाई दी एक टेक जिस दे मन में वसदी है विश्वास,
ਉਹ ਸਹੀ ਤੌਰ ਤੇ ਗੁਰਉਪਦੇਸ਼ ਨੂੰ ਮੰਨਣ ਵਾਲਾ ਅਤੇ ਬ੍ਰਹਮ ਵਾਹਿਗੁਰੂ ਨੂੰ ਜਾਣਨ ਵਾਲਾ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕੀ ਹੁੰਦਾ? ਵਾਹਿਗੁਰੂ ਨੂੰ ਜਾਣਨ ਵਾਲਾ। ਦ੍ਰਿਸ਼ਟ ਦਰਸ ਅਰੇ ਸ਼ਬਦ ਸੁਰਤ ਮਿਲ ਪ੍ਰੇਮੀ ਪ੍ਰੈ ਪ੍ਰੇਮ ਉਨਮਨ ਉਨਮਾਨੀ ਹੈ। ਦਰਸ ਅਰੇ ਸ਼ਬਦ ਸੁਰਤ ਦੀ ਗੱਲ ਬੜੀ ਹੈ। ਜਿਸ ਦੇ ਨੇਤਰਾਂ ਦੀ ਦ੍ਰਿਸ਼ਟੀ ਵਾਹਿਗੁਰੂ ਦੇ ਦਰਸ਼ਨ ਅਤੇ ਕੰਨਾਂ ਦੀ ਸਰੋਤ ਗੁਰੂ ਸ਼ਬਦ ਸੁਣਨ ਵਿੱਚ ਮਿਲੀ ਹੋਈ ਹੈ ਕਿ ਉਹ ਹੀ ਸਹੀ ਅਰਥਾਂ ਵਿੱਚ ਪਿਆਰੇ ਪ੍ਰੀਤਮ ਦੇ ਪ੍ਰੇਮ ਦਾ ਪ੍ਰੇਮੀ ਹੈ, ਅਸਲੀ ਦੋਸਤ ਉਹ ਹੈ ਤੇ ਉੱਚੇ ਮਨ ਤੇ ਉੱਚੀ ਆਤਮਕ ਅਵਸਥਾ ਵਾਲਾ ਹੈ। ਤੋ ਸਹਿਜ ਸਮਾਧ ਆ ਗਈ। ਸਹਿਜ ਸਮਾਧ ਜਿਹਦੀ ਸਮਾਧੀ ਗੁਰੂ ਨਾਨਕ ਵਰਗੀ ਹੈ, ਸੁਭਾਅ ਗੁਰੂ ਨਾਨਕ ਵਰਗੇ। ਸਾਧ ਸੰਗ ਇੱਕ ਰੰਗ ਜੋਈ ਸੋਈ ਗੁਰਮੁਖ ਨਿਰਮਲ ਨਿਰਬਾਨੀ ਹੈ। ਬਸ ਜਿਹੜਾ ਪ੍ਰਾਣੀ ਗੁਰੂ ਨਾਨਕ ਵਰਗੇ, ਸੁਭਾਅ ਗੁਰੂ ਨਾਨਕ ਵਰਗੇ, ਸੰਗਤ ਵਿੱਚ ਇੱਕ ਵਾਹਿਗੁਰੂ ਦੇ ਪ੍ਰੇਮ ਵਿੱਚ ਰਤਾ ਹੋਇਆ, ਗੁਰੂ ਨਾਨਕ ਵਰਗੀ ਸਮਾਧੀ ਲਾਉਂਦਾ, ਗੁਰੂ ਨਾਨਕ ਵਰਗੀ ਸਹਿਜ ਸਮਾਧ। ਸਹਿਜ ਸਮਾਧ ਭਾਵ ਗਿਆਨ ਅਵਸਥਾ ਵਿੱਚ ਟਿਕਦਾ ਹੈ। ਉਹੀ ਗੁਰਮੁਖ ਸਹੀ ਅਰਥਾਂ ਵਿੱਚ ਨਿਰਮਲ ਤੇ ਬੰਧਨ ਤੋਂ ਮੁਕਤ ਤਿਆਗੀ ਹੈ। ਮੁਕਤ ਭਾਈ ਬੰਦਾ ਉਹ। ਦਰਸ਼ਨ ਧਿਆਨ ਧਿਆਨੀ ਸ਼ਬਦ ਗਿਆਨ ਗਿਆਨੀ ਚਰਨ ਸਰਨ ਦ੍ਰਿੜ ਮਾਇਆ ਮੈਂ ਉਦਾਸੀ ਹੈ। ਸੋ ਸਤਿਗੁਰੂ ਦੇ ਦਰਸ਼ਨਾਂ ਦਾ ਧਿਆਨ ਧਾਰਨ ਵਾਲਾ ਹੀ ਸਹੀ ਅਰਥਾਂ ਵਿੱਚ ਧਿਆਨੀ ਹੈ ਅਤੇ ਗੁਰੂ ਸ਼ਬਦ ਗੁਰੂ ਉਪਦੇਸ਼ ਨਾਮ ਸਿਮਰਨ ਦੀ ਸੋਝੀ ਵਾਲਾ ਹੀ ਗਿਆਨੀ ਹੈ, ਜਿਹਨੂੰ ਗੁਰਬਾਣੀ ਦੀ ਵਿਚਾਰ ਹੈ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਸਰਨ ਹਿਰਦੇ ਵਿੱਚ ਦ੍ਰਿੜ ਕਰਨ ਵਾਲਾ ਉਹ ਮਾਇਆ ਵਿੱਚ ਵਿਚਰਦਿਆਂ ਹੋਇਆ ਉਦਾਸੀ ਹੈ ਤੇ ਤਿਆਗੀ ਹੈ। ਹਉਮੈ ਤਿਆਗ ਤਿਆਗੀ ਵਿਸਮਾਦ ਕੇ ਬੈਰਾਗੀ ਪਏ ਤ੍ਰਿਗੁਣ ਅਤੀਤ ਚੀਤ ਅਨਭੈ ਅਭਿਆਸੀ ਹੈ। ਸੋ ਹਉਮੈ ਹੰਕਾਰ ਨੂੰ ਤਿਆਗ ਕੇ ਹੀ ਨਾਮ ਅਭਿਆਸ ਸਹੀ ਅਰਥਾਂ ਵਿੱਚ ਤਿਆਗੀ ਹੈ। ਨਾਮ ਅਭਿਆਸੀ ਹਉਮੈ ਨੂੰ ਤਿਆਗਣਾ। ਤਦੇ ਕਹਿਣਾ ਘਰ-ਬਾਰ ਛੱਡ ਕੇ ਤਿਆਗੀ ਬਣ ਗਿਆ। ਗੁਰੂ ਸਾਹਿਬ ਕਹਿੰਦੇ ਮੂਰਖਾ ਘਰ-ਬਾਰ ਥੋੜਾ ਛੱਡਣਾ ਸੀ, ਹਉਮੈ ਛੱਡਣੀ ਸੀ। ਤੂੰ ਘਰ-ਬਾਰ ਛੱਡ ਕੇ ਬਾਹਰ ਹੋ ਗਿਆ, ਕਹਿੰਦਾ ਮੈਂ ਤਿਆਗੀ ਹਾਂ। ਓਏ ਹਉਮੈ ਛੱਡਣੀ ਸੀ, ਕਾਮ ਕ੍ਰੋਧ ਛੱਡਣਾ ਸੀ, ਉਹ ਤਾਂ ਤੇਰੇ ਕੋਲ ਛੱਡਿਆ ਨਹੀਂ ਗਿਆ। ਸੋ ਹਉਮੈ ਹੰਕਾਰ ਨੂੰ ਤਿਆਗ ਕੇ ਹੀ ਨਾਮ ਅਭਿਆਸੀ ਸਹੀ ਅਰਥਾਂ ਵਿੱਚ ਤਿਆਗੀ। ਵਿਸਮਾਦ ਰੰਗਾਂ ਵਾਲੇ ਵਾਹਿਗੁਰੂ ਦੀ ਵਿਸਮਾਦੀ ਅਵਸਥਾ ਵਿੱਚ ਲੀਨ ਹੋਣ ਕਾਰਨ ਉਹ ਬਿਰਾਗੀ ਅਤੇ ਚਿੱਤ ਤ੍ਰਿਗੁਣੀ ਮਾਇਆ ਤੋਂ ਨਿਰਲੇਪ ਰੱਖਣ ਕਰਕੇ ਨਿਰਭੈ ਕਰ ਦੇਣ ਵਾਲੇ ਵਾਹਿਗੁਰੂ ਨਾਮ ਦਾ ਅਭਿਆਸੀ ਹੈ। ਇੰਨੇ ਗੁਣ ਚਾਹੀਦੇ ਹਨ। ਦੁਬਦਾ ਪਰਸ ਔ ਸਾਧ ਇੰਦਰੀ ਨਿਗ੍ਰਹਿ ਕੇ ਆਤਮ ਪੂਜਾ ਬਵੇਕੀ ਸੁਨ ਮੈਂ ਸੁਨਿਆਸੀ। ਦਵੈਖ ਮੇਰ ਤੇਰ ਈਰਖਾ ਗਵਾ ਕੇ ਉਹ ਅਪਰਸ ਹੈ ਅਤੇ ਇੰਦਰੀਆਂ ਨੂੰ ਵਸ ਕਰਨ ਕਰਕੇ ਸਾਧ ਹੈ। ਆਤਮ ਸਰੂਪ ਵਾਹਿਗੁਰੂ ਦੀ ਪੂਜਾ ਕਰਨ ਕਰਕੇ ਉਹ ਵਿਵੇਕੀ ਹੈ ਤੇ ਅਫੁਰ ਸੁਨ ਵਾਹਿਗੁਰੂ ਵਿੱਚ ਲੀਨ ਰਹਿਣ ਕਰਕੇ ਸੁਨਿਆਸੀ ਹੈ। ਦੇਖਿਆ ਜੀ ਕਿਹੋ ਜਿਹਾ ਸੁਨਿਆਸੀ, ਕਿਹੋ ਜਿਹਾ ਵਿਵੇਕੀ, ਕਿਹੋ ਜਿਹਾ ਪਰਸ਼, ਆਪਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ। ਤੋ ਸਹਿਜ ਸੁਭਾਅ ਕਰ ਜੀਵਨ ਮੁਕਤ ਭਏ ਸੇਵਾ ਸਰਬਾਤਮ ਕਹਿ ਬ੍ਰਹਮ ਵਿਸ਼ਵਾਸੀ ਹੈ। ਤੋ ਸਹਿਜ ਸੁਭਾਅ ਹੀ ਜੀਂਦੇ ਜੀ ਸਹਿਜ ਸੁਭਾਅ ਗੁਰੂ ਨਾਨਕ ਵਰਗਾ ਸੁਭਾਅ ਹੀ ਜੀਂਦੇ ਜੀ ਕਾਰ ਵਿਹਾਰ ਵਿੱਚ ਨਿਰਲੇਪ ਰਹਿਣ ਕਰਕੇ ਉਹ ਜੀਵਨ ਮੁਕਤ ਹੈ। ਤੇ ਹਰੇਕ ਜੀਵ ਵਿੱਚ ਵਾਹਿਗੁਰੂ ਦੀ ਜੋਤ ਤੇ ਦਰਸ਼ਨ ਕਰਦਿਆਂ ਸੇਵਾ ਕਰਨ ਕਰਕੇ ਹੀ ਉਹ ਵਾਹਿਗੁਰੂ ਦੇ ਪੂਰਨ ਭਰੋਸਾ ਰੱਖਣ ਵਾਲਾ। ਜੈਸੇ ਜਲ ਅੰਤਰ ਜੁਗੰਤਰ ਬਸੇ ਪਖਾਨ, ਜੈਸੇ ਜਲ ਅੰਤਰ ਜੁਗ ਅੰਤਰ ਜੁਗਾਂ ਅੰਤਰ ਜੁਗਾਂ ਵਿੱਚ ਬਸੇ ਪਖਾਨ ਪੱਥਰ ਧੁਰੇ ਨਾ ਭਿਦੇ ਨਾ ਦਿੰਦੇ ਕਠੋਰ ਬੁੱਢੇ ਬੱਜਰ ਭਾਰ ਹੈ। ਸੋ ਜਿਵੇਂ ਪੱਥਰ ਪਾਣੀ ਵਿੱਚ ਜੁਗਾਂ ਤੋਂ ਵਸਦਾ, ਮੰਨ ਲਓ ਚਾਰੇ ਜੁਗ, ਪਰ ਹਿਰਦਿਓਂ ਕਰੜਾ ਹੋਣ ਕਰਕੇ ਉਹ ਅੰਦਰੋਂ ਭਿੱਜਦਾ ਨਹੀਂ। ਬੱਜਰ ਕਰੜੇ ਭਾਰ ਕਰਕੇ ਡੁੱਬ ਜਾਂਦਾ ਹੈ। ਪੱਥਰ ਡੁੱਬ ਜਾਂਦਾ ਹੈ ਤੇ ਭਿੱਜਦਾ ਨਹੀਂ, ਅੰਦਰੋਂ ਨਹੀਂ ਭਿੱਜਦਾ। ਨਹੀਂ 8 ਤੀਰਥ ਮਜਨ ਕਰੇ ਤੋਬਰੀ ਤੋਂ 8
तोबरी तुम्बी तुम्मा मिटत ना कार्रवाई धोए वार वार पार कह। तो जिवें तुम्बी तुम्मा जे 68 तीर्थां दा इशनान कर आवे तां उस दे उरवार पारों अंदर बाहर रत्ता रत्ता अंदरों बाहरों कहते धोता जाए, धोता भी जाए तां भी उसकी कुड़त्तन नहीं मिटती। वैडी कौड़ी है, तुम्बी बहुत कौड़ी है। धोए वार 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 पार तो ए निच ए लपटानो रहे चंदने तजत ना बिख तो हम हंकार कह। तो जिवें सप शीतल चंदन नाल दिन रात चंबड़िया रहिंदा लिपटिया रहिंदा, पर लंबी उम्र दे हंकार करके वो जहर नहीं छड़दा, ਉਹਦੇ ਵਿੱਚੋਂ ਜ਼ਹਿਰ नहीं निकलता। होमे हंकार नहीं तजदा, बंदा होमे हंकार नहीं छड़दा। गल कही है तो कपट सने दे ने फल भय जगत में तो संतन को है दोखी दुबदा विकारक है। तो इस तरह जेड़ा मनुख हिरदियों खोटा है कपट स्नेही उसका प्यार कपट नाल है, कठोर पखंड है, पखंड वाला कपट है, पखंडी है। तो जगत विच उसका मनुखा जन्म बिरथा है तो किसे लेखे नहीं, क्योंकि गुरमुख साधु पुरुषों का वो निंदक है अते पापां विकारां करके दवैक तेर मेर विच फसिया होया है, निंदक है। तो जैसे निर्मल दर्पण में न चित्र कच्छ तो सकल चरित्र चित्र देखत दिखावे। जिवें साफ सुथरे शीशे विच दर्पण, जिवें साफ सुथरे शीशे विच किसी चित्र का कुछ भी नाम निदान नहीं हुंदा, नाम निशान नहीं हुंदा, नाम निशान नहीं हुंदा, साफ है। पर उस विच वेखिया उस सारे चित्रां दे हूबहू कौतक दिखा दिंदे। सामने जावांगे तो देखांगे ना। जैसे निर्मल जल वर्ण अतीत रीत सकल वर्ण मिल वर्ण बनावी। सो जिवें निर्मल स्वच्छ पानी सब तरह के रंगां तो रहत दशा विच हुंदा है, सब तो रंगां तो रहत हुंदा है, पर सारे रंगां नाल मिल के उहो जिहा ही रंग बन जाता है। तो जैसे तो वसुंधरा स्वाद वासना रहत औखदी अनेक रस गंध उपजावी। तो जिवें धरती है निजी तौर पर सब तरह के स्वादां ते हर तरह के वासना तो रहत हुंदी है, पर वख वख तसीर वाले बीजां करके वो कई तरह दियां औषधियां जड़ियां बूटियां दियां दवाइयां कई तरह के रसां अते अनेकां दी वासना वाले वृक्ष बूटे पैदा करदी है, दवाइयां पैदा करदी है, बहुत अनेक रस गंध उपजावी दवाइयां भी पैदा करदी है। तो तैसे गुरुदेव सेव लख अभेवगत, जैसे जैसे पाओ तैसी कामना पुजावे। इस तरह ही मेरा लख ते अभेव गति वाला ज्योति स्वरूप गुरु नानक दी सेवा जैसी जैसी भावना नाल कोई करदा है सतगुरु नानक तैसी तैसी उसकी कामना पूरी कर दिंदा। भावना की है जे आपां सेवा करें वाहिगुरू साडे घर पुत्र देई, वाहिगुरू साडे घर पुत्र देई, पुत्र मिल जाएगा। आपां सेवा करें वाहिगुरू मैनू थोड़ी जी माया दे दे मैं अमीर हो जावां, अमीर हो जाएंगे। वाहिगुरू मैनू एक गड्डी दे दे, सेवा भी कर रहे हैं गड्डी दे दूंगा। वाहिगुरू मैनू एक मकान दे दे, मकान दे दूंगा। वाहिगुरू मेरा मुकदमा, वाहिगुरू जी मुकदमा जित जाओगे। वाहिगुरू मेरा कर्जा उतर जाए, कर्जा उतर जाऊगा। सो तुहाडी भावना की आ सेवा करन दी? तुसीं सेवा करन गुरुद्वारे आए हो, की भावना लैके आए हो? वो भावना वाहिगुरू नूं कह दिओ तो वाहिगुरू तुहाडी पूरी कर दूगा। भावना की है तुहाडी? बस। तो सुख दुख हान मृत पूर्व लिखत लेख तो जंत्रन के नाम बस कच्छ जंतरी जगदीश है। बहुत वधिया गल लिखी है, बहुत वधिया गल लिखी है, अति वधिया जे सानू समझ आ जाए। भाई पूर्व दी लिखत करके धुरों जो लिखत आई है ना वो लेखा अनुसार ही दुख सुख हान लाभ
ਮਰਨਾ ਜਮਨਾ ਹੁੰਦਾ ਹੈ। ਤਾਂ ਵੱਜਣ ਵਾਲੇ ਵਾਜਿਆਂ 'ਚ ਭਾਵ ਜੀਵਾਂ ਦੇ ਵਸ ਕੁਛ ਨਹੀਂ। ਇਹ ਤਾਂ ਵੱਜਣ ਵਾਲਾ ਵਾਜਿਆ, ਇਹ ਤਾਂ ਕਠਪੁਤਲੀ ਆ ਭਾਈ। ਸਭ ਕੁਛ ਵਜਾਵਨ ਹਾਰੇ ਜਗਦੀਸ਼, ਜਗ ਈਸ਼, ਜਗਤ ਦਾ ਈਸ਼ ਵਾਹਿਗੁਰੂ ਦੇ ਵਸ 'ਚ। ਭਾਵ ਵਾਹਿਗੁਰੂ ਜਿਵੇਂ ਜੀਵਾਂ ਨੂੰ ਵਜਾਉਂਦਾ ਹੈ ਤਿਵੇਂ ਵਜਦੇ ਅਥਵਾ ਕਾਰ ਕਮਾਉਂਦੇ ਹਨ। ਹੁਣ ਮੈਂ ਤੁਹਾਨੂੰ ਕਈ ਵਾਰੀ ਦੱਸਿਆ ਕਿ ਅੰਦਰ ਵਾਹਿਗੁਰੂ ਹੈ। ਹਾਂ, ਉਹਨੇ ਜਿੱਧਰ ਲਿਜਾਣਾ ਉੱਧਰ ਲੈ ਜਾਣਾ। ਤੁਸੀਂ ਕੀ ਕਰ ਰਹੇ ਹੋ? ਆਪਾਂ ਨੂੰ ਇਹ ਪਤਾ ਵੀ ਨਹੀਂ। ਸਾਨੂੰ ਇਹ ਗੱਲ ਦੀ ਸੋਚ ਹੀ ਨਹੀਂ ਹੈ ਕਿ ਨਾ ਕਿਸੇ ਨੇ ਦਿੱਤੀ ਆ, ਨਾ ਹੀ ਕਿਸੇ ਨੇ, ਨਾ ਕਿਸੇ ਨੂੰ ਪਤਾ ਆ। ਟੋਟਲ ਵਾਹਿਗੁਰੂ ਦੀ ਖੇਡ ਆ। ਜਿੱਥੇ ਤੁਹਾਨੂੰ ਲਿਜਾ ਰਿਹਾ ਉੱਥੇ ਲਿਜਾ ਰਿਹਾ। ਜੋ ਬੋਲ ਰਹੇ ਹੋ, ਜੋ ਸੁਣ ਰਹੇ ਹੋ, ਜੋ ਕਰ ਰਹੇ ਹੋ, ਸਭ ਵਾਹਿਗੁਰੂ ਕਰ ਰਹੇ, ਸਭ ਵਾਹਿਗੁਰੂ ਕਰ ਰਹੇ। ਵਾਹ। ਸੋ ਭੁਗਤ ਵਿਵਸ ਮੇਵ ਕਰਮ ਕਿਰਤ ਗਤ, ਜਸ ਕਰ ਤਸ ਲੇਪ ਕਾਰਨ ਕੋ ਈਸ ਹੈ। ਸਮਝ ਆਉਂਦੀ ਕੋਈ ਗੱਲ? ਤੁਸੀਂ ਗਾਣੇ ਗਾਈ ਜਾਂਦੇ। ਕੀਤੇ ਕਰਮਾਂ ਦੀ ਗਤੀ ਅਨੁਸਾਰ ਜੀਵ ਬੇਵਸ ਹੋ ਕੇ ਅਵਸ ਹੈ। ਉਹਨਾਂ ਕਰਮਾਂ ਦੇ ਫਲ ਭੋਗਦੇ ਹਨ ਭਾਈ। ਜੀਵ ਜਿਹੋ ਜਿਹਾ ਕਰਮ ਕਰਦੇ ਹਨ ਤੇਹੋ ਜਿਹਾ ਫਲ ਭੋਗਦੇ ਹਨ। ਜੀਵ ਨੂੰ ਇਹਨਾਂ ਕਰਮਾਂ ਵਿੱਚ ਲਿਪਟਾਇਮਾਨ ਕਰਨ ਵਾਲਾ ਮਾਲਕ ਪ੍ਰਭੂ ਆਪ ਹੈ। ਤੁਸੀਂ ਇਹ ਕਰਮਾਂ ਨਾਲ ਕਿਉਂ ਲਿਪਟੇ ਪਏ ਹੋ? ਭਾਈ ਵਾਹਿਗੁਰੂ ਨੇ ਲਿਪਟਾਇਆ। ਤੁਸੀਂ ਸਾਰੀ ਦਿਹਾੜੀ ਕੰਮ ਕਿਉਂ ਕਰਦੇ ਰਹਿੰਦੇ ਹੋ? ਵਾਹਿਗੁਰੂ ਕਰਦਾ ਪਿਆ। ਤੁਸੀਂ ਸਾਰੀ ਦਿਹਾੜੀ ਮਾਇਆ ਵਿੱਚ ਖਿੱਚਤ ਕਿਉਂ ਰਹਿੰਦੇ ਹੋ? ਵਾਹਿਗੁਰੂ। ਯਾਰ ਸਾਰੇ ਤੂੰ ਐਸ਼ ਪ੍ਰਸਤੀ ਬਹੁਤ ਹੈ, ਵਾਹਿਗੁਰੂ ਹੈ। ਯਾਰ ਤੂੰ ਡਾਊਨ ਕੀ ਕਰਨ ਜਾਂਦਾ? ਵਾਹਿਗੁਰੂ। ਯਾਰ ਤੂੰ ਸਾਰੀ ਦਿਹਾੜੀ ਮੈਂ ਤੁਹਾਨੂੰ ਦੇਖਿਆ 18 ਘੰਟੇ ਤੂੰ ਕੰਮ ਕਰਦਾ। ਕੌਣ ਕੰਮ ਕਰਦਾ? ਵਾਹਿਗੁਰੂ। ਤੁਹਾਡੇ ਪਾਸੇ 'ਚ ਕੁਛ ਨਹੀਂ ਹੈਗਾ। ਗੁਰਦੁਆਰੇ ਜਾ ਕੇ ਵਾਹਿਗੁਰੂ ਨੂੰ ਕੁਛ ਕਹਿ ਸਕਦੇ ਹੋ, ਬਸ ਤੁਹਾਡੇ ਵਸ ਗਸ ਕੁਛ ਨਹੀਂ ਹੈਗਾ। ਨਹੀਂ ਯਾਰ ਸਾਰੀ ਦਿਹਾੜੀ ਤੂੰ ਮਾਇਆ ਹੀ ਇਕੱਠੀ ਕਰਦੀ ਰਹਿਣਾ। ਵਾਹਿਗੁਰੂ। ਯਾਰ ਕੋਈ ਕੰਮ ਚੰਗਾ ਵੀ ਕਰ ਰਿਹਾ ਕਰ। ਵਾਹਿਗੁਰੂ। ਤੁਹਾਨੂੰ ਦੱਸਿਆ ਨਾ 40 ਸਾਲ ਬਾਅਦ ਤਾਂ ਗੱਲ ਸਮਝ ਆਈ। ਮਨਮੁਖ ਵੀ ਵਾਹਿਗੁਰੂ ਆ, ਮਨਮੁਖ ਵੀ ਵਾਹਿਗੁਰੂ ਆ। ਉਹ ਵੀ ਵਿਛੜਿਆ ਹੋਇਆ, ਇੱਕ ਦਿਨ ਮਿਲ ਜਾਊਗਾ, ਦੇਖ ਲੈਣਾ ਇੱਕ ਦਿਨ ਮਿਲ ਜਾਊਗਾ। ਮਨਮੁਖ ਵੀ ਵਾਹਿਗੁਰੂ, ਮਨਮੁਖ ਵੀ ਵਾਹਿਗੁਰੂ। ਸੋ ਕਰਤਾ ਪ੍ਰਧਾਨ ਕਿਦੋਂ ਕਰਮ ਕਿਦੋਂ ਹੈ ਜੀਓ, ਤੂੰ ਘਾਟ ਬਾੜ ਕੌਣ ਮਤ ਵਿਸ਼ਵਾਸ ਬੀਸ ਹੈ। ਉਹ ਭਾਈ ਫਿਰ ਅਚਰਜਾ ਵਿੱਚ ਅੰਤਰਾਤਮੇ ਪ੍ਰਸ਼ਨ ਉੱਠਦਾ ਹੈ ਕਿ ਕਰਨਹਾਰ ਪ੍ਰਭੂ ਉਹ ਤਾਂ ਕਰਨਹਾਰ ਹੈ, ਮੁੱਖ ਕਾਰਨ ਹੈ। ਕਰਨਹਾਰ ਪ੍ਰਭੂ ਮੁੱਖ ਕਾਰਨ ਹੈ। ਜਾਂ ਕਰਤ ਗਤੀ ਹੈ ਕਿ ਜਾਂ ਜੀਵ ਹੈ। ਸੋ ਜਿਹੜਾ ਕਾਰਨ ਘੱਟ ਹੈ ਤੇ ਜਾਂ ਕਿਹੜਾ ਵੱਧ ਹੈ, ਕਿਹੜੀ ਮੱਤ ਘੱਟ ਹੈ ਵੀ ਵਿਸ਼ਵ ਹੈ ਤੇ ਕਿਹੜੀ ਠੀਕ ਹੈ, ਤੋ ਨਿਸ਼ਚੇ ਨਾਲ ਕੁਝ ਵੀ ਕਹਿ ਨਹੀਂ ਜਾ ਸਕਦਾ। ਉਹ ਸਿਆਣਾ ਹੀ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ, ਸਭ ਕੋ ਤੇਰਾ ਭਾਣਾ। ਭਾਈ ਕਿਸੇ ਨੂੰ ਕਹਿਣਾ ਕੀ ਆ? ਸਭ ਵਾਹਿਗੁਰੂ ਕਰ ਰਿਹਾ। ਗੱਲ ਹੌਲੀ ਹੌਲੀ ਸਮਝ ਆਉਂਦੀ ਹੈ, ਸਭ ਵਾਹਿਗੁਰੂ ਕਰ ਰਿਹਾ। ਫਿਰ ਉਹਦੇ ਤੇ ਉਂਗਲ ਕਿਉਂ ਕਰਦਾ? ਜਦ ਵਾਹਿਗੁਰੂ ਕਰ ਰਿਹਾ ਯਾਰ ਤੂੰ ਬੜਾ ਬੇਵਕੂਫ ਹੈ, ਫਿਰ ਤੂੰ ਵਾਹਿਗੁਰੂ ਨੂੰ ਬੇਵਕੂਫ ਕਹਿ ਰਿਹਾ ਨਾ। ਬੜਾ ਇਡੀਅਟ ਹੈ ਤੂੰ, ਤੇ ਤੂੰ ਵਾਹਿਗੁਰੂ ਨੂੰ ਇਡੀਅਟ ਕਹਿ ਰਿਹਾ। ਭਾਈ ਉਹਦੀ ਮੱਤ ਹੀ ਇੰਨੀ ਕੋ ਵਾਹਿਗੁਰੂ ਕਰ ਹੀ ਇੰਨਾ ਕੋ, ਉਹਦੇ ਕਰਮ ਹੀ ਏਦਾਂ ਦੇ ਸਨ। ਤੂੰ ਕਿਤੇ ਵੱਲ ਉਂਗਲ ਕਰ ਰਿਹਾ? ਡੂ ਨਾਟ ਪੁਆਇੰਟ ਆਊਟ ਐਨੀਵਨ। ਨੋ। ਆਸਤੁਤ ਨਿੰਦਾ ਕਹਾਂ ਵਿਆਪਤ ਹਰਕ ਸੋਗ, ਹੋਨਹਾਰ ਕਹੋ ਕਹਾਂ ਗਾਰ ਔਰ ਅਸੀਸ ਹੈ। ਫਿਰ ਭਾਈ ਕਿਸੇ ਨੂੰ ਉਸਤਤ ਨਿੰਦਾ ਤੇ ਕਿਸੇ ਨੂੰ ਖੁਸ਼ੀ ਗਮੀ ਤੇ ਕਿਸੇ ਕਿਵੇਂ ਵਿਆਪਦੀ ਹੈ? ਖੁਸ਼ੀ ਗਮੀ ਆਉਂਦੀ ਹੈ ਸਾਰਿਆਂ ਨੂੰ। ਕਿਹੜੀ ਬਦ ਅਸੀਸ ਹੈ, ਕਿਹੜੀ ਅਸੀਸ ਹੈ? ਇਹ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਹੋ ਕਹਿਣਾ ਬੰਦਾ ਹੈ ਕਿ ਹੋਣਹਾਰ ਪ੍ਰਭੂ ਤੋਂ ਹੀ ਸਭ ਕੁਝ ਹੋ ਰਿਹਾ। ਫਿਰ ਅਸੀਂ ਉਂਗਲ ਕਿਉਂ ਕਰਦੇ ਕਿਸੇ ਵੱਲ? ਬਸ ਗੱਲ ਨੂੰ ਸਮਝਣਾ ਨਾ, ਪਰ ਸਮਝ ਹੌਲੀ ਹੌਲੀ ਆਉਂਦੀ ਹੈ ਦਿਮਾਗ ਵਿੱਚ, ਸਮਝ ਹੌਲੀ ਹੌਲੀ ਆਉਂਦੀ ਹੈ। ਮਾਨਸਰ ਪਰ ਜੋ ਬਿਠਾਈਏ ਲੈ ਜਾਏ ਬਗ, ਤੋ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ। ਕਹਿੰਦਾ ਜੇ ਮਾਨ ਸਰੋਵਰ ਝੀਲ ਆ ਬਹੁਤ ਵੱਡੀ, ਬਹੁਤ ਵੱਡੀ, ਉੱਥੇ ਲੈ ਜਾ ਕੇ ਬਗਲੇ ਨੂੰ ਬਿਠਾ ਦਈਏ, ਹਾਂ ਫਿਰ ਕੀ ਕਰੇਗਾ ਉਹ? ਉੱਥੋਂ ਅਮੋਲਕ ਮੋਤੀ ਖਾਊਗਾ? ਨਹੀਂ,
ਉਹ ਮੁੱਲ ਕੀਮਤੀ ਮੋਤੀ ਛੱਡ ਕੇ ਮੱਛੀਆਂ ਚੁਣ ਚੁਣ ਖਾਂਦਾ ਰਹੂਗਾ। ਹਾਂ ਦੇਖੋ ਨਾ, ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ। बीन ਦਾ चुन के मीन बीन खात। तो अस्थन पान करबे को जो लगाइए जोक, अस्थन पान करबे को जो लगाइए जोक, पियत ना पै ले लहू अरे अकात है। तो जे थन चुंगन लई जे जोक नूं थना नाल ला दईए तो दुध नहीं पींदी, सगों लहू चूस के ही पींदी है, पी के ही रजदी है अगात, लहू पी के, दुध नहीं पीना उन्हें। देख लो क्या बात है। जोग नूं लगा दो सो परम सुगंध, पर माखी न रहत राखी, महादुर्गंध पर बेग चल जात है। तो मक्खी बहुत सुगंधी वाली वस्तु ते रखिया नहीं रहिंदी, पर अति बदबूदार वस्तु ते झटपट चली जाती है मक्खी। तो जैसे गज मजन के डारत है छार सिर, तो संतन के दुखी संत संग न सुहात है। सो जिवें हाथी निर्मल ते स्वच्छ पानी नाल इशनान करके सिर ते सुआह सुट लैंदा है, तिवें ही संत जनां दा निंदक बुरा चितवन वाले नूं सतपुरुषां दा संग साथ चंगा नहीं लगता। संगत नहीं चंगी लगती निंदक नूं, संगत नहीं चंगी लगती। गुरमत सत एक टेक, द्वितीया ना सत, सेव ना सकत गत अनपे अभ्यासी है। सतसंगत दी बख्शिश, गुरु नानक दा आग्याकारी सिख, गुरु दी मत, गुरु उपदेश दी इक्को एक टेक नूं ही सत स्वरूप करके जानदा है। उस दे अंदर एक वाहिगुरु तो बिना होर कोई दूजापन नहीं रहिंदा। वो किसी शिव या शक्ति की पूजा नूं गति का साधन नहीं जानता, सगों केवल एक अनभय वाहिगुरु नाम का अभ्यासी हुंदा है। त्रैगुण अतीत जीत हार ना हरक सोग, संजोग वियोग मेट सहज निवासी है। सो त्रिगुणी माया तो निर्लेप रहिंदा है, ते जित हार या खुशी गमी उस ते प्रभाव नहीं पा सकते। ते ओ प्राप्ति ते अप्राप्ति का विचार त्याग के तुरी अवस्था विच लिवलीन रहिंदा है, दो लिवलीन रहिंदा है। चतुर बरन एक बरन होए साध संग, पंज परपंच त्याग बिसम विश्वासी है। तो पर संगत विच मिल के चौं वर्णा दे वो नीच दे वितकरे नूं मेट के वो एक अकाल पुरख दे वर्ण वाला हुंदा, अते पंजां तत्तां वाले फल रूप संसार तो निर्मोह होके आश्चर्य रूप वाहिगुरु नाम सिमरन दे भरोसे वाला हो जाता है। तो खट दर्शन पचे परे पार हुए, खट दर्शन परे पार हुए, सपत सर नर नव द्वार उलंघ दसमई उदासी है। तो भाई वो गुरसिख छियां दर्शनां दे भेखां वालियां नूं परे पार सुट दिंदा है। सानूं लोड़ नहीं, सतसंगत दा वासी हुंदा होया शरीर दियां बाहरलियां ते 9 गोलकां तो अगां सब कासे तो उपराम हो के दसम द्वार विच आनंद माणदा है। तो दसम द्वार विच आनंद पुंजदा है। दसम द्वार सचखंड है। दसम द्वार विचों लंघ गया तो फिर वो सचखंड है। दसम द्वार लंघ गया तो बस नदी नाव को संजोग, सुजन कुटुंब लोग होयो जो दियो, कोई मिले आगे जाए के। कहता है संसार विच सज्जना मित्रां परिवारां दे जीआं ਅਤੇ होर लोकां दा मेल मिलाप नदी दी बेड़ी दे पूर वांग थोड़ जिहा ही है, भाव सदा दा साथी नहीं है। इस करके इस लोक विच भले कम्मां लई जो कर दिता होएगा वही अगे जाके प्राप्त होएगा। सोई मिले आगे जाए के हैगा थोड़े दिनां दा। तो असन बसन धन संग न चलत, असन बसन असन बसन धन संग न चलत चले। अरपे दीजे
ਧਰਮਸ਼ਾਲਾ ਪਹੁੰਚਾਈ ਕੇ। ਤੂੰ ਭੋਜਨ ਬਸਤਰ ਧਨ ਪਦਾਰਥ ਇਹਨਾਂ ਵਿੱਚੋਂ ਪਰਲੋਕ ਵਿੱਚ ਕੁਝ ਵੀ ਨਾਲ ਨਹੀਂ ਜਾਂਦਾ। ਉਹੀ ਕੁਝ ਜਾਏਗਾ ਜੋ ਸਤ ਸੰਗਤ ਤੇ ਧਰਮ ਸਥਾਨ ਵਿੱਚ ਪਹੁੰਚਾ ਕੇ ਗੁਰੂ ਲੇਖੇ ਲਾ ਦਿੱਤਾ ਜਾਏਗਾ। ਤਾਂ ਦੇਖਿਆ ਦਸਵੰਧ ਵਿੱਚ ਨਾ ਗੁਰਸਿੱਖਾਂ ਦੀ ਸੇਵਾ ਕਰਦੇ ਹੋ, ਦਸਵੰਧ ਨਾਲ ਗੁਰਸਿੱਖਾਂ ਦੀ ਸੇਵਾ ਕਰਦੇ ਹੋ ਤੇ ਅੱਗੇ ਮਿਲੇਗਾ, ਨਹੀਂ ਤੇ ਕੱਖ ਨਹੀਂ ਮਿਲਣਾ। ਆਠੇ ਜਾਮ ਸਾਠੋ ਕਰੀ ਨੇਫਲ ਮਾਇਆ ਮੋਹ ਸਫਲ ਪਲਕ ਸਾਧ ਸੰਗਤ ਸੁਮਾਇਕੈ। ਤੋ 60 ਘੜੀਆਂ ਦੇ 8 ਪਹਿਰ ਭਾਵ ਦਿਨ ਰਾਤ ਮਾਇਆ ਦੇ ਮੋਹ ਵਿੱਚ ਧੰਦਿਆਂ ਵਿੱਚ ਬਿਤਾਣੇ ਬੇਅਰਥੇ ਹਨ, ਪਰ ਸਾਧ ਸੰਗਤ ਵਿੱਚ ਇੱਕ ਪਲ ਮਾਤਰ ਨਾਮ ਰੰਗ ਵਿੱਚ ਜੁੜ ਬੈਠਣਾ ਸਫਲ ਹੈ। ਨਾਮ ਰੰਗ ਵਿੱਚ, ਸਾਧ ਸੰਗਤ ਵਿੱਚ ਨਾਮ ਰੰਗ ਵਿੱਚ ਜੁੜ ਬੈਠਣਾ, ਜਿੱਥੇ ਵਾਹਿਗੁਰੂ ਵਾਹਿਗੁਰੂ ਸੰਗਤ ਕਰ ਰਹੀ ਆ ਉਹਦੇ ਵਿੱਚ ਬੈਠਣਾ। ਬਾਕੀ ਸਾਰਾ ਟਾਈਮ ਤਾਂ ਐਵੇਂ ਫਜ਼ੂਲ ਹੀ ਆ, ਬਾਕੀ ਸਾਰਾ ਟਾਈਮ ਫਜ਼ੂਲ ਆ। ਸੋ ਮਲ ਮੂਤਰ ਧਾਰੀ ਉਹ ਵਿਕਾਰੀ ਨਿਰੰਕਾਰੀ ਹੋਤ ਸ਼ਬਦ ਸੁਰਤ ਸਾਧ ਸੰਗ ਲਿਵ ਲਾਇਕ ਹੈ। ਸੋ ਸਾਧ ਸੰਗਤ ਵਿੱਚ ਸਾਧ ਸੰਗਤ ਦੀ ਬਖਸ਼ਿਸ਼ ਨਾਲ ਸੁਰਤ ਨੂੰ ਗੁਰੂ ਤੋਂ ਪ੍ਰਾਪਤ ਕੀਤੇ ਸ਼ਬਦ ਵਾਹਿਗੁਰੂ ਨਾਲ ਜੋੜਿਆ ਜਾਏ। ਦੇਖਿਆ ਸੰਗਤ ਵਿੱਚ ਕੀ ਕਰਨਾ ਹੈ? ਵਾਹਿਗੁਰੂ ਵਾਹਿਗੁਰੂ ਸਿਮਰਨ ਵਿੱਚ ਸੁਰਤ ਨੂੰ ਜੋੜਿਆ ਜਾਏ। ਨਾਮ ਸਿਮਰਨ ਵਿੱਚ ਸੁਰਤ ਲਾਇਆ, ਮਲ ਮੂਤਰ ਦਾ ਭਰਿਆ ਵਿਸ਼ੇ ਵਿਕਾਰਾਂ ਨਾਲ ਲਿਬੜਿਆ ਲੱਥ ਪੱਥ ਹੋਇਆ ਜੀਵ ਵੀ ਨਿਰੰਕਾਰੀ ਰੱਬੀ ਬੰਦਾ ਗੁਰੂ ਦਾ ਆਗਿਆਕਾਰੀ ਸਿੱਖ ਬਣ ਜਾਂਦਾ ਹੈ। ਸੰਗਤ ਵਿੱਚ ਜਾ ਕੇ ਸਿਮਰਨ ਕਰੂਗਾ ਤੇ ਤਾਂ ਹੀ ਹੋਊਗਾ ਭਾਈ, ਓਦਾਂ ਕਿੱਦਾਂ ਹੋ ਜਾਊਗਾ? ਓਦਾਂ ਹੋ ਨਹੀਂ ਸਕਦਾ। ਹਉਮੈ ਅਭਿਮਾਨ ਸਥਾਨ ਤਜ ਬੰਝ ਬਨ ਤੋ ਚਰਨ ਕਮਲ ਗੁਰ ਸੰਪਟ ਸਮਾਏ ਹੈ। ਤੋ ਸਾਧ ਸੰਗਤ ਪ੍ਰਾਪਤ ਗੁਰਮੁਖ ਦਾ ਭੌਰਾ ਮਨ ਬਾਂਸਾਂ ਦੇ ਜੰਗਲ ਵਾਂਗ ਜੋ ਹਉਮੈ ਹੰਕਾਰ ਦਾ ਸਥਾਨ ਸੰਸਾਰ ਹੈ, ਤੋ ਇਸ ਦੀ ਮੋਹ ਮਮਤਾ ਨੂੰ ਤਿਆਗ ਕੇ ਸਤਿਗੁਰੂ ਗੁਰੂ ਨਾਨਕ ਦੇ ਚਰਨਾਂ ਨੂੰ ਰੂਪੀ ਡੱਬੀ ਵਿੱਚ ਮੁਗਧ ਹੈ, ਉਸ ਵਿੱਚ ਸਮਾਇਆ ਹੋਇਆ ਹੈ। ਹਉਮੈ ਅਭਿਮਾਨ ਸਥਾਨ ਤਜ ਬੰਝ ਬਨ, ਛੱਡ ਕੇ ਹਉਮੈ ਛੱਡ ਕੇ ਅਤ ਹੀ ਅਨੂਪ ਰੂਪ ਹਿਰਤ ਹੈਰਾਨੇ ਦ੍ਰਿਗ ਅਨਹਦ ਗੁੰਜਤ ਸਰਵਨ ਹੂੰ ਸਿਰਾਏ ਹੈ। ਸੋ ਗੁਰੂ ਨਾਨਕ ਜੀ ਦੇ ਸਤਿਗੁਰੂ ਗੁਰੂ ਨਾਨਕ ਜੀ ਦੇ ਅਤੀ ਸੁੰਦਰ ਸਰੂਪ ਦੇ ਦਰਸ਼ਨਾਂ ਕਰਕੇ ਅੱਖਾਂ ਚਕਿੱਤਰ ਹੋ ਜਾਂਦੀਆਂ ਅਤੇ ਗੁਰੂ ਸ਼ਬਦ ਦੀ ਇੱਕ ਰਸ ਧੁਨੀ ਦੀ ਗੁੰਜਾਰ ਸੁਣ ਕੇ ਕੰਨ ਵੀ ਠੰਡੇ ਠਾਰ ਤ੍ਰਿਪਤ ਹੋਏ ਰਹਿੰਦੇ ਹਨ। ਕਿਆ ਵਧੀਆ ਗੱਲ ਕਹੀ। ਅਨਹਦ ਰਚਨਾ ਵਿਸ਼ਮ ਅਤ ਮਦ ਮਕਰੰਦ ਰਸ ਨਾਸਕਾ ਚਕਿੱਤਰ ਹੀ ਸੁਬਸ ਮਹਿਕਾਏ ਹੈ। ਸੋ ਜੀਵ ਗੁਰੂ ਨਾਨਕ ਦੇ ਚਰਨ ਕਮਲਾਂ ਦੀ ਧੂੜ ਦੇ ਮਿੱਠੇ ਅੰਮ੍ਰਿਤ ਰਸ ਨੂੰ ਪੁੰਝ ਕੇ ਅਤ ਅਚਰਜ ਆਨੰਦ ਮਾਣਦੀ ਹੈ ਅਤੇ ਨੱਕ ਉਸ ਦੀ ਸੁਗੰਧੀ ਧੂੜੀ ਦੀ ਮਹਿਕ ਨਾਲ ਚਕਿੱਤਰ ਹੋ ਜਾਂਦੀ ਹੈ। ਨੱਕ ਸੋ ਕੋਮਲਤਾ ਸੀਤਲਤਾ ਪੰਗ ਸਰ ਬੰਗ ਪਏ ਤੋ ਮਨ ਮਦ ਕਰ ਪੁੰਨ ਅਨੰਤ ਨਾ ਧਾਏ ਹੈ। ਤੋ ਚਰਨ ਕਮਲਾਂ ਦੀ ਸੁਗੰਧਤ ਧੂੜੀ ਦੀ ਸੀਤਲਤਾ ਤੇ ਕੋਮਲਤਾ ਨੂੰ ਅਨੁਭਵ ਕਰਕੇ ਸਰੀਰ ਦੇ ਸਾਰੇ ਅੰਗ ਪਿੰਗਲੇ ਭਾਵ ਸਿੰਬਲ ਵਰਗੇ ਹੋ ਜਾਂਦੇ ਹਨ ਅਤੇ ਫਿਰ ਮਨ ਭੋਰਾ ਉਸ ਸੁਗੰਧਤ ਧੂੜੀ ਵਿੱਚ ਮੁਗਧ ਹੋਇਆ, ਹੋਰ ਕਿਧਰੇ ਨਹੀਂ ਜਾਂਦਾ। ਮਤਲਬ ਇਸ ਕਹਿਣ ਤੋਂ ਭਾਵਾ ਕਿ ਜਦੋਂ ਬੰਦੇ ਦੀ ਸੁਰਤੀ ਲੱਗ ਜਾਂਦੀ ਆ ਉਹ ਘਰੋਂ ਬਾਹਰ ਨਹੀਂ ਜਾਂਦਾ, ਫਿਰ ਘਰੋਂ ਬਾਹਰ ਨਹੀਂ ਜਾਂਦਾ। ਜਾਣਾ ਵੀ ਕਿੱਥੇ ਹੈ? ਜਾ ਹੀ ਨਹੀਂ ਸਕਦਾ। बासना को बास दूत संगत विनाश काल चरण कमल गुर एक टेक पाई है। तो जिस अनन सेवक ने सतगुरु दे चरण कमलों की एक टेक प्राप्त की है, उस दियां होर वासना दी बू ते पंजा काम क्रोध आदि दूतां दी संगत दा खात्मा हो जाता है। भै जल भयानक लहर न व्याप सके, निज कर संपट कै दुबदा मिटाई है। ਤੇ ਸਾਗਰ ਸਮੁੰਦਰ ਦੀਆਂ ਡਰਾਉਣੀਆਂ ਆਸਾ ਤ੍ਰਿਸ਼ਨਾ ਰੂਪ ਲਹਿਰਾਂ ਉਸ ਤੇ ਪ੍ਰਭਾਵ ਨਹੀਂ ਪਾ ਸਕਦੀਆਂ। ਤੇ ਨਿਜ ਆਤਮ ਸਰੂਪ ਵਿੱਚ ਦਸਮ ਦੁਆਰ ਦੀ ਡੱਬੀ ਵਿੱਚ ਲਿਵ ਲੀਨ ਹੋ ਕੇ ਉਸ ਦੇ ਸਭ ਤਰ੍ਹਾਂ ਦੀ ਦੁਬਦਾ ਮਿਟ ਜਾਂਦੀ ਹੈ। ਆਨ ਗਿਆਨ ਧਿਆਨ ਸਿਮਰਤ ਬੈ ਸਿਮਰਨ ਕਹਿ
प्रेम रस बस आसा मनसा न पाई है। तो सतगुरु के चरण कमलों के भौरे गुरसिख ने होर हर तरह के ज्ञान ध्यान ते कहन कहान मात्र जाप सिमरन भुला के सतगुरु के चरण कमलों के प्रेम रस विच मुग्ध हो के सभे आसा मनसा खत्म कर लिया। द्वितीया ना सत एक टेक नेचर मत वासना को बास दूत संगत विनाश काल चरण कमल गुरु एक टेक खा पाई है। जिस अनैन सेवक ने सतगुरु गुरु नानक दे चरण कमलों की एक टेक प्राप्त की है, उसदियां होर वासना की बू अते पंज काम क्रोध आदਿਕ दूतां की संगत का खात्मा हो जाता है। भैजल भयानक लहर न बेआप सके निज कर संपट कै दुबदा मिटाई है। तो संसार समुद्र दियां डरावनियां आसा तृष्णा लहरां उस ते प्रभाव नहीं पा सकदियां। निज आत्म स्वरूप की निज घर दसम द्वार शरीर विच ही डब्बी विच लिवलीन होके उसने सब तरह की दुविधा मिटा ली है। आन ज्ञान ध्यान सिमरन बै सिमरन कै प्रेम रस बस आसा मनसा न पाई है। तो सतगुरु गुरु नानक पातशाह के चरण कमलों के भौरे गुरसिख ने होर हर तरह के ज्ञान ध्यान ते कहन कहान मात्र जाप सिमरन भुला के सतगुरु के चरण कमलों के प्रेम रस विच मुग्ध होके सब आसा मनसा खत्म कर लिया। द्वितीय नासत एक टेक नेचल मत सहज समाध उन्मन लिव लाई है। उन्मन लिव लाई है। तो चरण कमल के प्रेमी गुरसिख विच द्वैत नहीं हुंदी, केवल चरण कमलों के एक टेक विच ही उसकी मत टिकी रहिंदी है। तो उच्ची आत्मक अवस्था विच उसने सही समाधि लाई होती है। सही समाधि तो है गुरु नानक। चरण कमल रस मस्तक लेपन कै भरम कर्म लेख श्यामता मिटाई है। तो वाहिगुरु दे चरण कमलों की धूड़ी मत्थे ते लाउण नाल पूर्वले जन्मों विच वहमां भरमां अधीन कीते अंध अभ्यासी कर्मां दे लेखां दी कालक मिट जाती है। कालक मिट जाती। चरण कमल रज मस्तक लेपन कै भरम कर्म लेख श्यामता मिटाई है। श्यामता कालक। तो चरण कमल चरणामृत मलीन मन मन कर निर्मल दूत दुबदा मिटाई है। तो सतगुरु के चरण कमलों के ਅੰਮ੍ਰਿਤ ਨੂੰ ਪਾਨ ਕਰਨ ਨਾਲ ਮਨ ਵਿੱਚੋਂ ਮਲੀਨਤਾ ਮਿਟਾ ਕੇ ਨਿਰਮਲ ਹੋ ਜਾਈਦਾ। ਕਾਮ ਕ੍ਰੋਧ ਆਦਿਕ ਪੰਜੇ ਦੂਤ ਅਤੇ ਅਨੇਕ ਪ੍ਰਕਾਰੀ ਦੁਬਦਾ ਮਿਟ ਜਾਂਦੀ ਹੈ। तो चरण कमल सुख संपट सहज कर निचल मत एक टेक ठहराई है। तो सतगुरु के चरण कमलों के ਅੰਮ੍ਰਿਤ ਨੂੰ पान ਕਰਨ ਨਾਲ आनंद विच मगन होया नाम सिमरन विच रसलीन होया ब्रह्म स्थान विच वासा हो जाता है अते मत स्थिर हो के एक वाहिगुरु की टेक विच टिक जाती है। तो चरण कमल गुरु महिमा अगाध बोल सर्व निधान को सकल फलदाई है। तो सतगुरु के चरण कमलों की महिमा का ज्ञान अथाह दसिया नहीं जा सकता, कोई अंत नहीं, क्योंकि वो सब पदार्थों का भंडार ते संपूर्ण तौर पर फल देने वाली है। चरण कमल रज मजन कदिब दे सो महा मल मूत्र धारी निरंकारी कीने है। तो सतगुरु के चरण कमलों की धूड़ी दे इशनान नाल शरीर के चरण धूड़ मस्तक नाल लाउण नाल मनुख की देही दैवी गुणों वाली कंचन बनी हो जाती है अते आत्मलीन विचारां वाला मनमुख निरंकारी
ਬਿਰਤੀ ਵਾਲਾ ਗੁਰਮੁਖ ਬਣ ਜਾਂਦਾ ਹੈ। ਚਰਨ ਕਮਲ ਚਰਨਾ ਮਿਰਤ ਨਿਧਾਨ ਪਾਨ, ਤ੍ਰੈ ਗੁਣ ਅਤੀਤ ਚੀਤ ਆਪਾ ਆਪ ਚੀਨੀ ਹੈ। ਸਤਿਗੁਰੂ ਦੇ ਚਰਨ ਕਮਲ ਦੇ ਅੰਮ੍ਰਿਤ ਛਕਣ ਨਾਲ, ਅੰਮ੍ਰਿਤ ਚਰਨਾ ਮਿਰਤ ਲੈਣ ਨਾਲ, ਸਿਮਰਨ ਨਾਮ ਸਿਮਰਨ ਕਰਨ ਨਾਲ, ਰਸ ਪੁੰਚਣ ਨਾਲ ਚਿੱਤ ਤ੍ਰੈ ਗੁਣੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ ਤੇ ਆਪਣੇ ਆਪ ਦੀ ਪਛਾਣ ਹੋ ਜਾਂਦੀ। ਮੈਂ ਕੌਣ? ਮੈਂ ਗੁਰੂ ਨਾਨਕ ਦਾ ਪੁੱਤਰ ਵਾਹਿਗੁਰੂ। ਚਰਨ ਕਮਲ ਨਿਜ ਆਸਨ ਸਿੰਘਾਸਨ ਕੈ, ਤ੍ਰੈ ਪਵਨ ਕੋ ਤ੍ਰਿਕਾਲ ਗਮਤਾ ਪ੍ਰਵੀਨੇ ਹੈ। ਉਹ ਪਰਮਾਤਮਾ ਗੁਰੂ ਪਾਤਸ਼ਾਹ ਦੇ ਚਰਨ ਕਮਲ ਨਾਲ ਨਿਜ ਆਤਮ ਸਥਾਨ ਵਿਖੇ ਸਤਿਗੁਰੂ ਦੇ ਚਰਨ ਕਮਲ ਦਾ ਸਿੰਘਾਸਨ ਲਾਉਣ ਨਾਲ, ਸੱਚਖੰਡ ਗੁਰੂ ਨਾਨਕ ਦਾ ਹੀ ਸਿੰਘਾਸਨ ਹੈ। ਚਰਨ ਕਮਲ ਚਰਨਾ ਮਿਰਤ ਤੋ ਚਰਨ ਕਮਲ ਨਿਜ ਆਸਨ ਸਿੰਘਾਸਨ ਕੈ। ਜਦੋਂ ਚਰਨ ਕਮਲ ਲਈ ਦੀ ਹੈ, ਨਿਜ ਆਸਨ ਪਹੁੰਚੀ ਤਾਂ ਉੱਥੇ ਦੇਖਿਆ ਸਿੰਘਾਸਨ ਕੈ, ਤ੍ਰੈ ਪਵਨ ਕੋ ਤ੍ਰਿਕਾਲ ਗਮਤ ਪ੍ਰਵੀਨ ਹੈ। ਦੇਖ ਲਓ ਉੱਥੇ ਸੱਚਖੰਡ ਜਿੱਥੇ ਗੁਰੂ ਪਾਤਸ਼ਾਹ ਦਾ ਸਿੰਘਾਸਨ ਹੈ ਭਾਈ, ਉੱਥੇ ਤਿੰਨਾਂ ਭਵਨਾਂ ਦੇ, ਤਿੰਨਾਂ ਕਾਲਾਂ ਦੇ ਪੂਰਨ ਸੋਝੀ ਹੋ ਜਾਂਦੀ ਹੈ। ਚਰਨ ਕਮਲ ਰਸ ਗੰਧ ਰੂਪ ਸੀਤਲਤਾ ਦੁਤੀਆ ਨਾਸਤ, ਏਕ ਟੇਕ ਲਿਵ ਲੀਨੇ ਹੈ। ਤੋ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਅੰਮ੍ਰਿਤ ਰਸ ਸੁਗੰਧੀ ਸੁੰਦਰਤਾ ਤੇ ਸੀਤਲਤਾ ਨੂੰ